ਚਾਹੁੰਦੇ ਜਾਂ ਬੇਕਾਰ ਮੈਕਸ ਫੋਰਸ ਕਮਿੰਸ ISX ਵੋਲਵੋ ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ ਤੇਲ ਹੋਰ ओरिजिनल ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਜਾਓ ਫਿਰ ਕੁਇਕ ਟਰੱਕ ਲਿਊਬ ਟਰੱਕ ਸਰਵਿਸਿੰਗ ਵਾਹ ਭਾਈ ਵਾਹ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ ਦੋ ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW ਕੁਇਕ ਟਰੱਕ ਲਿਊਬ ਖੁਸ਼ ਹੋ ਕੇ ਪਰਤੋਗੇ ਮੰਨ ਲਓ 519-622 0660 5196220660 QTL because we care Quick Truck Lube ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੋਟੀ ਠੇਕਾ ਲਾਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066 ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ ਲਾਸਟ ਹਿਲਸ ਫੋਨ ਨੰਬਰ 601797 ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ। ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ ਹੈ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼ ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ ਔਰ ਹਾਂ ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 4034049501 4034049501 ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ, 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916-696-0634 ਜਾਂ ਜਗਰਾਜ ਬਲ 530-339-15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਟਰਾਂਸ ਕੈਨੇਡਾ ਚੱਲਣ ਵਾਲੇ ਤਮਾਮ ਟਰੱਕਰ ਵੀਰ ਨੋਟ ਕਰੋ ਜੀ, ਅਕਾਲ ਟਰੱਕ ਐਂਡ ਟ੍ਰੇਲਰ 82 ਰੇਨਮ ਡਰਾਈਵ, ਫਾਰਮਰਸ ਰੋਡ, ਵਿਨੀਪੈਗ 'ਤੇ ਜਿਹੜਾ ਓਪਰੇਸ਼ਨਲ ਹੈ ਜੀ। ਇੱਥੇ ਤੁਸੀਂ ਵੀ ਡਰਾਈਵ ਐਂਡ ਵਿੰਡ ਸਕਰੀਨ ਚੇਂਜ ਕਰਾ ਸਕਦੇ ਹੋ। ਕੁਇਕ ਟਰੱਕ ਲਿਊਬ ਦੀ ਸਹੂਲਤ ਹੈ, ਪਾਰਕਿੰਗ ਅਤੇ ਵਾਸ਼ ਵੀ ਉਪਲਬਧ ਹੈ। ਇਸ ਤੋਂ ਇਲਾਵਾ ਬ੍ਰੇਕਸ, ਕਲੱਚ, ਡਿਫਰੈਂਸ਼ੀਅਲ, ਗੇਅਰ, ਇੰਜਨ ਰੀਬਿਲਟ ਦੇ ਨਾਲ DOT ਸੇਫਟੀ ਵੀ ਕੀਤੀ ਜਾਂਦੀ ਹੈ। ਕਹਿਣ ਤੋਂ ਭਾਵ ਸੈਮੀ ਅਤੇ ਟ੍ਰੇਲਰ ਦਾ 1 ਸਟਾਪ ਸ਼ਾਪ ਹੈ। ਬਲਤੇਜ ਪਨੇਸਰ ਹੋਰਾਂ ਨਾਲ 2044592000 'ਤੇ ਕਾਲ ਕਰ ਸਕਦੇ ਹੋ। ਜਿਹੜੇ ਟਰੱਕਰ ਵੀਰ ਅਮਰੀਕਾ ਦੇ ਵਿੱਚ ਲੰਮਾ ਨਹੀਂ ਜਾਣਾ ਚਾਹੁੰਦੇ ਅਤੇ ਵਾਸ਼ਿੰਗਟਨ ਦੇ ਨੇੜੇ ਤੇੜੇ ਰਹਿਣਾ ਚਾਹੁੰਦੇ ਨੇ, ਯਾਨੀ ਕਿ ਸੈਟਲ ਦੇ ਨੇੜੇ ਤੇੜੇ ਰਹਿਣਾ ਚਾਹੁੰਦੇ ਨੇ, ਤਾਂ ਵਾਸ਼ਿੰਗਟਨ ਫਰੇਟ ਸਰਵਿਸ ਸੈਟਲ ਓਨਰ, ਆਪਰੇਟਰ ਅਤੇ ਡਰਾਈਵਰ ਲੋਕਲ ਏਰੀਆ ਜੋਬ ਦੇ ਲਈ ਹਾਇਰ ਕਰ ਰਹੀ ਹੈ। ਡਿਸਪੈਚ ਪੰਜਾਬੀ 'ਚ ਵੀ ਕੀਤਾ ਜਾਂਦਾ ਹੈ। ਗੁਰਵਿੰਦਰ ਧਾਲੀਵਾਲ ਹੋਰਾਂ ਨਾਲ 2063544060, ਜਗਦੇਵ ਸੰਧੂ ਹੋਰਾਂ ਨਾਲ 2532666924 'ਤੇ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਸਭ ਤੋਂ ਵੱਡੀ ਡਿਵੈਲਪਮੈਂਟ ਜਿਹੜੀ ਪੰਜਾਬ ਦੀ ਸਿਆਸਤ ਦੇ ਵਿੱਚ ਹੋਈ ਹੈ ਉਹ ਹੈ ਜੀ ਬਹੁਜਨ ਸਮਾਜ ਪਾਰਟੀ ਦਾ
ਯਾਨੀ ਕਿ ਸਿੱਧੇ ਤੌਰ ਤੇ ਕਿ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਆਪਣਾ ਗੱਠਜੋੜ ਬਣਾਇਆ। ਹੁਣ ਇਸ ਸਮਝੌਤੇ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਪਰ ਜਿਹੜੇ ਵਿਰੋਧੀ ਨੇ ਉਹਨਾਂ ਦਾ ਹੀ ਇੱਕੋ ਹੈ, ਕੋਈ ਕਹਿ ਰਿਹਾ ਇਹ ਸੰਗਮ ਬੇਮੇਲ ਹੈ, ਕੋਈ ਕਹਿ ਰਿਹਾ ਫੇਲ ਹੈ, ਕੋਈ ਕਹਿੰਦਾ ਇਹਨਾਂ ਦੀ ਗੱਲ ਨਹੀਂ ਬਣਨੀ ਜੀ। ਦੇਖੋ ਗੱਲ ਇਹ ਹੈ, ਇਹ ਸਮਝੌਤਾ ਕੋਈ ਪਹਿਲੀ ਵਾਰ ਨਹੀਂ ਹੋਇਆ ਜੀ, ਪਹਿਲਾਂ ਵੀ ਹੋਇਆ ਸੀ। ਪਰ ਜਿਹੜਾ ਹੁਣ ਸਮਝੌਤਾ ਹੋਇਆ ਹੈ ਜੀ, ਮੈਂ ਆਪਣੇ ਵੱਲੋਂ ਕੁਝ ਕਹਿਣ ਦੀ ਬਜਾਏ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਚਰਚਾ ਚੱਲ ਰਹੀ ਹੈ ਜੀ, ਉਹਦਾ ਜ਼ਿਕਰ ਕਰਨਾ ਜੀ, ਕਿਹਾ ਇਹ ਹੈ ਕਿ ਮਾਇਆ ਤੇ ਮਾਇਆ ਧਾਰੀਆਂ ਦਾ ਇੱਕ ਗੱਠਜੋੜ ਹੈ। ਜੀ, ਮਾਇਆ ਆਪਾਂ ਸਮਝਦੇ ਕੀ ਹੈ, ਪੈਸਾ, ਪੈਸਾ, ਤੇ ਮਾਇਆ ਧਾਰੀ ਜਿਹੜੇ ਪੈਸੇ ਦੇ ਮਾਲਕ ਹੈ। ਮਾਲਕ ਹੈ ਇਹ। ਵੈਸੇ ਬੀਬੀ ਮਾਇਆਵਤੀ ਵੀ ਪੈਸੇ ਦੀ ਪੂਰੀ ਮਾਲਕੀ ਹੈ। ਉਹ ਤਾਂ ਨਹੀਂ ਉਨੀ ਮਾਲਕ ਨਹੀਂ ਨਾ ਜਿੰਨੀ ਦਰ ਮਾਲਕ ਹੈ। ਕੋਈ ਬੀਬੀ ਨੇ ਚੋਣਾਂ ਵੀ ਲੜਨੀਆਂ ਅੱਗੇ, ਯੂਪੀ ਦੀਆਂ ਚੋਣਾਂ ਲੜਨੀਆਂ, ਤੇ ਜੇ ਅਸੀਂ ਰਿਜ਼ਲਟ ਦੇਖੀਏ, ਆਪਣਾ ਜਿਹੜਾ ਸਿੱਟਾ ਦੇਖੀਏ, ਜੇ ਆਪਾਂ ਸਿੱਟਾ ਦੇਖੀਏ ਤਾਂ ਸਿੱਟਾ ਸਾਡੇ ਸਾਹਮਣੇ। ਇੱਕ ਜ਼ਮਾਨਾ ਸੀ 1992 ਦੇ ਵਿੱਚ, 1992 ਤੋਂ ਪਹਿਲਾਂ ਕੋਈ ਮਾੜੀ ਮੋਟੀ BSP ਹੁੰਦੀ ਸੀ ਜੀ। 1992 ਦੇ ਵਿੱਚ ਪਹਿਲੀ ਵਾਰੀ BSP ਲਾਈਮਲਾਈਟ ਦੇ ਵਿੱਚ ਉਦੋਂ ਆਈ ਸੀ ਜਦੋਂ ਅਕਾਲੀ ਦਲ ਨੇ ਚੋਣਾਂ ਦਾ ਬਾਈਕਾਟ ਕਰਤਾ ਸੀ ਜੀ। ਕਾਂਗਰਸ ਪਾਰਟੀ ਦੇ ਲਈ ਰਸਤਾ ਖੁੱਲ੍ਹਾ ਸੀ, ਲੇਕਿਨ ਕਾਂਗਰਸ ਪਾਰਟੀ ਦਾ ਰਾਹ ਰੋਕਣ ਵਾਸਤੇ ਜਿਹੜੀ ਪਾਰਟੀ ਮੂਹਰੇ ਆਈ ਸੀ ਉਸ ਪਾਰਟੀ ਦਾ ਨਾਮ ਸੀ ਬਹੁਜਨ ਸਮਾਜ ਪਾਰਟੀ। ਉਦੋਂ ਬਹੁਜਨ ਸਮਾਜ ਪਾਰਟੀ ਦੇ 9 MLA ਆਏ ਸੀ ਜੀ, ਔਰ ਵਿਰੋਧੀ ਧਿਰ ਦਾ ਆਗੂ ਬਹੁਜਨ ਸਮਾਜ ਪਾਰਟੀ ਦਾ ਸੀ। ਇਹ ਪੰਜਾਬ ਦੀ ਵਿਧਾਨ ਸਭਾ ਦੇ ਇਤਿਹਾਸ ਦੇ ਵਿੱਚ ਦੂਜਾ ਟਾਈਮ ਹੈ ਜੀ ਜਦੋਂ ਛੋਟੀਆਂ ਪਾਰਟੀਆਂ ਦੇ ਲੀਡਰ ਜਿਹੜੇ ਆ ਵਿਰੋਧੀ ਧਿਰ ਤੇ ਆਗੂ ਬਣੇ। ਜਾਂ ਤਾਂ ਹੁਣ ਬਣੇ, ਕਿਉਂਕਿ ਹੁਣ ਤਾਂ ਪਾਰਟੀ ਵੱਡੀ ਬਣ ਕੇ ਆ ਗਈ ਨਾ। ਉਹਨਾਂ ਨੇ ਅਕਾਲੀ ਦਲ ਨੂੰ ਤੀਜੇ ਥਾਂ ਤੇ ਧੱਕਤਾ, ਆਮ ਆਦਮੀ ਪਾਰਟੀ ਵਾਲਿਆਂ ਨੇ। ਪਰ ਜਦੋਂ ਅਕਾਲੀ ਦਲ ਵਾਲੇ ਖਾੜਕੂਆਂ ਦੀਆਂ ਗੋਲੀਆਂ ਤੋਂ ਡਰਦੇ ਬਾਈਕਾਟ ਕਰ ਗਏ ਸੀ, ਉਸ ਵੇਲੇ ਬਹੁਜਨ ਸਮਾਜ ਪਾਰਟੀ ਜਿਹੜੀ ਹੈ ਇਹਨੇ ਚੋਣਾਂ ਲੜੀਆਂ ਸੀ। 9 ਮੈਂਬਰਾਂ ਦੇ ਨਾਲ ਇਹਨਾਂ ਨੇ ਵਿਰੋਧੀ ਧਿਰ ਦਾ ਆਪਣਾ ਆਗੂ ਬਣਾਇਆ ਸੀ ਜੀ। ਉਸ ਤੋਂ ਬਾਅਦ ਫਿਰ ਜਿਹੜਾ ਉਹ ਟਾਈਮ ਹੈ, ਉਹ ਟਾਈਮ ਤੁਸੀਂ ਦੇਖੋ ਕਿਹੜਾ ਟਾਈਮ ਸੀ। ਬੇਅੰਤ ਸਿੰਘ ਦਾ ਦੌਰ, 92 ਤੋਂ ਲੈ ਕੇ 95 ਤੱਕ ਬੇਅੰਤ ਸਿੰਘ ਰਹਿੰਦਾ ਮੁੱਖ ਮੰਤਰੀ, ਔਰ 95 ਦੇ ਵਿੱਚ ਉਹਦਾ ਕਤਲ ਹੋ ਜਾਂਦਾ ਹੈ ਜੀ। ਉਸ ਤੋਂ ਬਾਅਦ ਆਉਂਦਾ ਹਰਚਰਨ ਸਿੰਘ ਬਰਾੜ। ਹਰਚਰਨ ਸਿੰਘ ਬਰਾੜ ਨੂੰ ਆਖਰੀ ਸਮੇਂ ਦੇ ਵਿੱਚ ਬੀਬੀ ਰਜਿੰਦਰ ਕੌਰ ਭੱਠਲ ਨੇ ਕੁਰਸੀ ਤੋਂ ਲਾਤਾ, ਤੇ ਫਿਰ ਬੀਬੀ ਭੱਠਲ ਦੇ ਕੋਲੇ ਕੁਝ ਮਹੀਨੇ ਬਚੇ, 2-2.5-3 ਮਹੀਨੇ ਸੀ, 2-2.5-3 ਮਹੀਨੇ ਸੀ। ਤੇ ਉਸ ਵੇਲੇ ਕਾਂਗਰਸ ਪਾਰਟੀ ਦੀ ਸਭ ਤੋਂ ਜ਼ਿਆਦਾ ਦੁਰਗਤ ਹੋਈ ਹੈ। ਮੇਰਾ ਖਿਆਲ ਹੈ ਕਾਂਗਰਸ ਪਾਰਟੀ ਕੋਲ ਉਦੋਂ ਸਿਰਫ 14 ਸੀਟਾਂ ਆਈਆਂ ਸੀ ਜੀ, ਔਰ ਉਹਨਾਂ 14 ਸੀਟਾਂ ਤੋਂ ਬਾਅਦ ਜਿਹੜੀ ਹੈਗੀ ਹੈ ਆਮ ਆਦਮੀ ਬਣਦੀ ਹੈ ਤੁਹਾਡੀ ਅਕਾਲੀ ਦਲ ਦੀ ਸਰਕਾਰ ਬਣਦੀ 97 'ਚ। ਪਰ 97 ਤੋਂ ਪਹਿਲਾਂ ਇੱਕ ਚੋਣ ਆਉਂਦੀ ਹੈ, ਉਹ ਹੈ ਲੋਕ ਸਭਾ ਦੀ ਚੋਣ। ਲੋਕ ਸਭਾ ਦੀ ਉਸ ਚੋਣ ਦੇ ਵਿੱਚ ਅਕਾਲੀ ਦਲ ਦਾ ਤੇ BSP ਦਾ ਸਮਝੌਤਾ ਹੁੰਦਾ ਹੈ। ਜਦੋਂ ਮੋਹਨ ਸਿੰਘ ਫਲੀਆਂ ਵਾਲਾ ਬਣਦਾ ਹੈ, ਮੋਹਨ ਸਿੰਘ ਫਲੀਆਂ ਵਾਲਾ ਬਣਦਾ ਹੈ, ਸਤਵੰਤ ਸਿੰਘ ਕੈਂਥਵੰਤ ਬਣਦਾ ਹੈ, ਇੱਕ ਮੇਰੇ ਖਿਆਲ ਮੁਤਾਬਕ ਬਾਬੂ ਕਾਸ਼ੀਰਾਮ ਵੀ ਬਣਦਾ। ਕਾਸ਼ੀਰਾਮ ਵੀ ਰੋਪੜ ਤੋਂ ਬਣੇ ਸੀ, ਹੁਸ਼ਿਆਰਪੁਰ ਤੋਂ ਬਣਦੇ ਸੀ। 3 ਬੰਦੇ ਉਦੋਂ ਜਿੱਤੇ ਸੀ ਤੇ 8 ਬੰਦੇ 13 ਦੇ ਵਿੱਚੋਂ 8 ਜਿੱਤੇ ਸੀਗੇ ਅਕਾਲੀ ਦਲ ਦੇ। 13 ਸੀਟਾਂ ਸੀ, 13 ਦੇ ਵਿੱਚੋਂ 11 ਸੀਟਾਂ ਦੇ ਉੱਤੇ ਇਹ ਅਕਾਲੀ ਦਲ ਤੇ BSP ਦਾ ਗੱਠਜੋੜ ਜਿੱਤਿਆ ਸੀ। ਠੀਕ ਹੈ, 3 ਸੀਟਾਂ ਉਹਨਾਂ ਕੋਲੇ ਆ ਗਈਆਂ। ਹੁਣ ਉਹ ਜਿਹੜੀਆਂ ਉਸ ਵੇਲੇ ਦੀਆਂ ਦੇਖੀ ਆਪਾਂ, ਉਦੋਂ ਉਹਨਾਂ ਕੋਲ ਕਿੰਨੇ ਪਰਸੈਂਟੇਜ ਵੋਟਾਂ ਆਈਆਂ ਸੀ, ਅੰਦਾਜ਼ਾ ਲਾਓ ਤੁਸੀਂ, ਕਾਫੀ ਸਾਰੀਆਂ ਸੀ। ਮੇਰਾ ਖਿਆਲ ਵੀ 8-9% ਤੋਂ ਉੱਪਰ ਸੀ ਵੋਟਾਂ। ਮੈਨੂੰ ਹੁਣ ਐਗਜ਼ੈਕਟ ਨਹੀਂ ਯਾਦ ਵੀ BSP ਨੇ ਇੰਨਾ ਕੁ ਆਪਣਾ ਵੋਟ ਬੈਂਕ ਬਣਾ ਲਿਆ ਸੀ। ਇਹ ਹੈਗੀ 96 ਦੀ ਗੱਲ। ਸੁਖਬੀਰ ਸਿੰਘ ਬਾਦਲ ਨੇ ਇੱਕ ਗੱਲ ਕਹੀ ਸੀ ਜਿੱਦਾਂ ਇਹਨਾਂ ਦਾ ਸਮਝੌਤਾ ਹੋਇਆ, ਯਾਦ ਕਰੋ ਉਹਦੀ ਪ੍ਰੈਸ ਕਾਨਫਰੰਸ ਜਦੋਂ ਬੋਲ ਰਿਹਾ ਸੀ। ਹਾਂ, ਜਦੋਂ ਬੋਲਦਾ ਸੀ ਉਹ ਕਹਿੰਦਾ ਸੀ ਅਕਾਲੀ ਦਲ ਉਹ ਪਾਰਟੀ ਹੈ ਜਿਹਦੀ ਇਹ ਬਾਂਹ ਫੜ ਲੈ ਕਦੇ ਛੱਡਦੀ ਨਹੀਂ। ਇਹ ਹੁਣ ਪਹਿਲੀ ਵਾਰ ਨਹੀਂ ਕਹਿੰਦਾ ਆਪਾਂ ਚੋਣ ਲੜਨੀ, ਇਹ ਤੋਂ ਬਾਅਦ ਜਿੰਨੀਆਂ ਵੀ ਚੋਣਾਂ ਆਉਣਗੀਆਂ ਜੀ, ਕਹਿੰਦਾ ਉਹਨਾਂ ਨੂੰ ਕਹਿ ਰਿਹਾ ਸੀ ਸਤੀਸ਼ ਚੰਦਰ ਮਿਸ਼ਰਾ ਨੂੰ ਕਿ ਮਿਸ਼ਰਾ ਜੀ ਸਾਰੀਆਂ ਚੋਣਾਂ ਆਪਾਂ ਇਕੱਠੀਆਂ ਲੜਾਂਗੇ। ਇਹ ਗੱਲ ਸੁਖਬੀਰ ਸਿੰਘ ਬਾਦਲ ਨੇ ਕਹੀ ਸੀ। 96 ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਬਾਪ ਨੇ ਸਮਝੌਤਾ ਕੀਤਾ ਸੀ ਤੇ ਉਸ ਸਮਝੌਤੇ ਦਾ ਜਿਹੜਾ ਮੇਨ ਸੂਤਰਧਾਰ ਹੈ ਉਹਦਾ ਨਾਂ ਸੀ ਗੁਰਚਰਨ ਸਿੰਘ ਟੌੜਾ ਜੀ। ਅਸਲ ਗੁਰਚਰਨ ਸਿੰਘ ਟੌੜਾ BJP ਦੇ ਹੱਕ 'ਚ ਨਹੀਂ ਸੀ। ਉਹ ਚਾਹੁੰਦਾ ਸੀਗਾ ਕਿ ਦਲਿਤ ਭਾਈਚਾਰੇ ਦਾ ਦਲਿਤ ਸਿਧਾਂਤ ਤੇ ਜਿਹੜਾ ਸਿੱਖੀ ਸਿਧਾਂਤ ਹੈ ਇਹ ਨੇੜੇ ਤੇੜੇ ਹੈ। ਇਹ ਜਿਹੜੇ ਹੈਗੇ ਹੈ, ਜੇ ਆਪਾਂ ਸਿੱਖ ਇਤਿਹਾਸ ਨੂੰ ਵੀ ਦੇਖੀਏ, ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ
ਜਦੋਂ ਬਾਬਾ ਜੀਵਨ ਸਿੰਘ ਲੈ ਕੇ ਆਏ ਤੇ ਰੰਗਰੇਟਾ ਗੁਰੂ ਕਾ ਬੇਟਾ ਗੁਰੂ ਸਾਹਿਬ ਨੇ ਉਹਨਾਂ ਨੂੰ ਖਿਤਾਬ ਦਿੱਤਾ ਸੀ। ਵੈਸੇ ਵੀ ਸਿੱਖ ਧਰਮ ਜਿਹੜਾ ਹੈਗਾ ਜਾਤ ਪਾਤ ਨੂੰ ਖਾਰਜ ਕਰਦਾ ਹੈ, ਬਿਲਕੁਲ ਕਰਦਾ ਹੈ, ਰੱਦ ਕਰਦਾ ਹੈ। ਉਹਨੇ ਕਿਹਾ ਸੀਗਾ ਵੀ ਇਹ ਜਿਹੜੀ ਹੈਗੀ ਹੈ ਤਾਂ ਭਾਈ ਲਾਲੋ ਹੈ, ਭਾਈ ਲਾਲੋਆਂ ਦੇ ਨਾਲ ਅਸੀਂ ਸਮਝੌਤਾ ਕਰੀਏ ਤੇ ਗੱਲ ਇਹ ਠੀਕ ਹੈ, ਸਾਡਾ ਸਮਝੌਤਾ ਇਹਨਾਂ ਨਾਲ ਨਹੀਂ ਚਾਹੀਦਾ। ਪ੍ਰਕਾਸ਼ ਸਿੰਘ ਬਾਦਲ ਨੇ ਹਾਂਜੀ ਜਥੇਦਾਰ ਜੀ ਜਿਵੇਂ ਕਹਿੰਦੇ ਉਵੇਂ ਕਰ ਲਓ। ਫਿਰ ਆ ਗਈ ਜੀ 1997, ਮੇਰਾ ਖਿਆਲ 1997 ਦੀਆਂ ਚੋਣਾਂ ਹੋ ਗਈਆਂ, ਵਿਧਾਨ ਸਭਾ ਦੀ ਸਰਕਾਰ ਬਣ ਗਈ ਤੇ ਫਿਰ ਉਸ ਤੋਂ ਬਾਅਦ ਆਉਂਦੀ ਹੈ 1999 ਲੋਕ ਸਭਾ ਆ ਗਈ। ਹਾਂ, ਇਹ ਮੇਰਾ ਖਿਆਲ ਇੱਕ ਵਾਰੀ 98 ਚ ਵੀ ਚੋਣ ਹੋਈ ਸੀਗੀ। ਹਾਂ, ਉਹਦੀ 13 ਦਿਨਾਂ ਵਾਲੀ ਸਰਕਾਰ, 13 ਮਹੀਨਿਆਂ ਵਾਲੀ, 13 ਦਿਨਾਂ ਵਾਲੀ ਤੇ 13 ਮਹੀਨੇ ਵਾਲੀ। ਇਹ ਮੇਰੇ ਖਿਆਲ 96 ਦੀ ਪਹਿਲੀ ਵਾਰੀ ਹੁੰਦੀ ਹੈ ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਫਰੀਦਕੋਟ ਤੋਂ ਪਹਿਲਾਂ 13 ਦਿਨਾਂ ਵਾਲੀ ਪਾਰਲੀਮੈਂਟ ਦਾ ਮੈਂਬਰ ਬਣਦਾ ਹੈ। ਫਿਰ ਉਹ ਸਰਕਾਰ ਟੁੱਟਦੀ ਹੈ, ਫਿਰ ਸਰਕਾਰ ਦੁਬਾਰਾ ਬਣਦੀ ਹੈ। ਜਿਹੜੀ ਦੁਬਾਰਾ ਸਰਕਾਰ ਬਣਦੀ ਹੈ ਜੀ, ਮੇਰਾ ਖਿਆਲ ਵੀ ਉਹ 98 ਦੇ ਵਿੱਚ ਜਾਂ 97 ਚ ਚੋਣਾਂ ਹੁੰਦੀਆਂ। ਦੁਬਾਰਾ ਦੇਖੋ ਤੁਸੀਂ, ਪਾਰਲੀਮੈਂਟ ਦੀਆਂ ਚੋਣਾਂ ਫਿਰ ਹੁੰਦੀਆਂ ਇੱਕ ਜੀ ਸ਼ਾਇਦ 97 ਚ ਹੁੰਦੀਆਂ। ਜਿਹੜੀਆਂ ਉਹ ਪਾਰਲੀਮੈਂਟ ਦੀਆਂ ਚੋਣਾਂ ਹੁੰਦੀਆਂ, ਉਹ ਪਾਰਲੀਮੈਂਟ ਦੀਆਂ ਚੋਣਾਂ ਫਿਰ ਬਹੁਜਨ ਸਮਾਜ ਪਾਰਟੀ ਦੇ ਨਾਲ ਮਿਲ ਕੇ ਨਹੀਂ ਸੀ ਲੜੀਆਂ। ਫਰੀਦਕੋਟ ਦੇ ਵਿੱਚ 96 ਤੋਂ 99 ਜੀ, 96 ਤੋਂ 99। ਹਾਂ, ਫਿਰ 97 ਦੀਆਂ ਆ ਗਈਆਂ ਤੁਹਾਡੀਆਂ ਚੋਣਾਂ, 99 ਚ ਦੁਬਾਰ ਤੋਂ ਆ ਗਈਆਂ ਨਾ ਫਿਰ ਚੋਣਾਂ। 99 96 ਤੋਂ ਬਾਅਦ 99 ਆ ਗਈ। ਹੁਣ 99 ਤੋਂ ਪਹਿਲਾਂ ਤੁਸੀਂ ਇੱਕ ਹੋਰ ਦੇਖੋ, ਉਦੋਂ ਦੇਵੇ ਗੌੜਾ ਬਣਦਾ ਜਦੋਂ। ਹਾਂ, ਦੇਵੇ ਗੌੜਾ ਬਣਦਾ। ਦੇਵੇ ਗੌੜਾ ਤੋਂ ਪਹਿਲਾਂ ਦਾ ਜਿਹੜਾ ਮਾਹੌਲ ਦੇਖੋ ਕੀ ਹੈ ਜੀ। ਮਾਹੌਲ ਇਹ ਹੈ ਕਿ ਕਿਸੇ ਵੀ ਪਾਰਟੀ ਦੇ ਕੋਲੇ ਬਹੁਤ ਗਿਣਤੀ ਨਹੀਂ ਸੀ। ਨੈਸ਼ਨਲ ਪਾਰਟੀ ਕੋਲੇ ਨਾ ਭਾਰਤੀ ਜਨਤਾ ਪਾਰਟੀ ਕੋਲੇ ਸੀ, ਨਾ ਕਾਂਗਰਸ ਪਾਰਟੀ ਕੋਲੇ ਸੀ। ਤੇ ਉਦੋਂ ਰੀਜਨਲ ਪਾਰਟੀਆਂ ਦੇ ਕੋਲੇ ਜਿਹੜੀ ਹੈਗੀ ਹੈ ਮੈਜੋਰਿਟੀ ਆ ਗਈ ਸੀ ਜੀ। ਰੀਜਨਲ ਪਾਰਟੀਆਂ ਦੇ ਜਿਹੜੇ ਲੀਡਰ ਸੀ ਉਸ ਵੇਲੇ ਦੇ, ਉਹਨਾਂ ਦੇ ਵਿੱਚ ਇੱਕ ਵੱਡਾ ਨਾਂ ਸੀ ਕਰੁਣਾਨਿਧੀ ਦਾ। ਦੂਜਾ ਸੀ ਐਨਟੀ ਰਾਮਾ ਰਾਓ ਦਾ ਜੀ, ਜਿਹੜੇ ਤਾਮਿਲਨਾਡੂ ਵਾਲੇ ਸੀ। ਇਹਨਾਂ ਨੇ ਬੈਠ ਕੇ ਗੱਲ ਕਹੀ ਵੀ ਆਪਾਂ ਮੇਨ ਜਿਹੜੀਆਂ ਆਪੋਜੀਸ਼ਨ ਦੀਆਂ ਪਾਰਟੀਆਂ ਨੇ, ਕੌਮੀ ਪਾਰਟੀਆਂ, ਉਹਨਾਂ ਦੀ ਮਦਦ ਕਰੀ ਜਾਂਦੇ ਆ ਤੇ ਆਪਾਂ ਆਪਣੀ ਸਰਕਾਰ ਕਿਉਂ ਨਾ ਬਣਾਈਏ ਜੀ। ਜਿਹੜਾ ਸਹੀ ਮੈਨੇ ਫੈਡਰਲਿਜ਼ਮ ਹੁੰਦਾ ਹੈ। ਚੋਣਾਂ ਹੋ ਗਈਆਂ ਪੰਜਾਬ ਦੇ ਵਿੱਚੋਂ 8 ਬੰਦੇ ਜਿੱਤ ਗਏ ਇਹਨਾਂ ਦੇ, ਅਕਾਲੀ ਦਲ ਦੇ, ਤੇ 8 ਦੇ ਵਿੱਚੋਂ ਜਿਹੜੇ ਬੰਦੇ ਜਿੱਤੇ ਸੀ ਉਹਨਾਂ ਦੇ ਵਿੱਚ ਇੱਕ ਸੁਰਜੀਤ ਸਿੰਘ ਬਰਨਾਲਾ ਵੀ ਸੀ ਜੀ। ਜੋ ਸੁਰਜੀਤ ਸਿੰਘ ਬਰਨਾਲਾ ਸੀ ਤਾਂ ਗੈਰ ਰਸਮੀ ਮੀਟਿੰਗ ਹੁੰਦੀ ਹੈ ਦਿੱਲੀ, ਉਦੋਂ ਕਹਿੰਦੇ ਸੀ ਗੈਰ ਰਸਮੀ ਮੀਟਿੰਗ ਦੇ ਵਿੱਚ ਉਹਨਾਂ ਨੇ ਫੈਸਲਾ ਕਰ ਲਿਆ ਰੀਜਨਲ ਪਾਰਟੀਆਂ ਦੇ ਵਿੱਚੋਂ ਪ੍ਰਧਾਨ ਮੰਤਰੀ ਬਰਨਾਲਾ ਸਾਹਿਬ ਨੂੰ ਬਣਾ ਲਓ। ਅੱਛਾ ਜੀ। ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੱਥੋਂ ਕਹਿ ਤੁਰੇ ਜਾਂਦੇ ਜੋ ਬਠਿੰਡੂ ਗਏ ਸੀ ਕਿ ਜੀ ਅਸੀਂ ਬਿਨਾਂ ਸ਼ਰਤ ਜਿਹੜੀ ਹੈਗੀ ਹੈ ਹਮਾਇਤ ਦਿੰਦੇ ਹਾਂ ਬੀਜੇਪੀ ਨੂੰ, ਅਟਲ ਬਿਹਾਰੀ ਵਾਜਪਾਈ ਨੂੰ। ਟੌੜਾ ਸਾਹਿਬ ਨੂੰ ਪੁੱਛਿਆ ਹੀ ਨਹੀਂ ਸੀ, ਜਿਨ੍ਹਾਂ ਨੇ ਸਮਝੌਤਾ ਕਰਵਾਇਆ ਸੀ ਉਦੋਂ ਇਹ ਗੱਲ ਹੋ ਗਈ ਸੀ। ਚਲੋ ਜੀ। ਤੇ 97 ਦੀ ਚੋਣ ਫਿਰ ਉਹਨਾਂ ਦੇ ਨਾਲ ਮਿਲ ਕੇ ਲੜ ਲਈ। ਹੁਣ ਤੁਸੀਂ ਦੇਖੋਗੇ ਉਦੋਂ ਤੋਂ ਲੈ ਕੇ 97 ਤੋਂ ਲੈ ਕੇ ਜੀ ਪਿਛਲੇ ਸਮਝ ਲਓ ਤੁਸੀਂ 6 ਮਹੀਨੇ ਪਹਿਲਾਂ ਤੱਕ ਜਦੋਂ 3 ਆਰਡੀਨੈਂਸ ਆਏ ਜੀ, ਆਰਡੀਨੈਂਸ ਆ ਗਏ। ਆਰਡੀਨੈਂਸਾਂ ਦੇ ਦੌਰਾਨ ਜਦੋਂ ਕਾਨੂੰਨ ਬਣਿਆ ਨਾ ਪਾਰਲੀਮੈਂਟ ਦੇ ਵਿੱਚ, ਕਾਲੇ ਕਾਨੂੰਨ ਬਣੇ ਖੇਤੀ ਨਾਲ ਸੰਬੰਧਿਤ ਜੀ, ਉਦੋਂ ਤੱਕ 97 ਤੋਂ ਲੈ ਕੇ ਹੁਣ ਤੱਕ ਕਦੇ ਪਤੀ ਪਤਨੀ ਦਾ ਰਿਸ਼ਤਾ, ਕਦੇ 9 ਮਾਸ ਦਾ ਰਿਸ਼ਤਾ, ਕਦੇ ਕੁਛ ਦਾ ਕਦੇ ਕੁਛ, ਇਹ ਗੱਲ ਕਹਿੰਦੇ ਰਹੇ ਅਕਾਲੀ ਦਲ ਵਾਲੇ। ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਯਾਦ ਕਰਾਉਣਾ ਕਿ ਜਦੋਂ 3 ਆਰਡੀਨੈਂਸ ਆ ਗਏ ਸੀ ਜੀ, ਤੁਸੀਂ ਸਾਰੇ ਟੱਬਰ ਨੇ ਸਾਰਾ ਜ਼ੋਰ ਲਾਤਾ ਸੀ ਉਹਨੂੰ ਸਹੀ ਠਹਿਰਾਉਣ ਵਾਸਤੇ ਕਿ ਜੀ ਬਹੁਤ ਵਧੀਆ ਹੈ। ਬੀਬੀ ਹਰਸਿਮਰਤ ਕੌਰ ਬਾਦਲ ਬਾਰ-ਬਾਰ ਕਹਿੰਦੀ ਸੀ ਆਮ ਆਦਮੀ ਪਾਰਟੀ ਵਾਲਿਆਂ ਨੇ ਤੇ ਕਾਂਗਰਸ ਪਾਰਟੀ ਵਾਲਿਆਂ ਨੇ ਕਿਸਾਨਾਂ ਨੂੰ ਭਰਮ ਚ ਪਾਤਾ। ਇਹ ਤਾਂ ਕਾਨੂੰਨੀ ਵਾਲੇ ਵਧੀਆ ਜੀ। ਅੱਜ ਤੱਕ ਤੁਸੀਂ ਕੱਢ ਕੇ ਦੇਖ ਲਓ ਉਹਨਾਂ ਦੀਆਂ ਜਿਹੜੀਆਂ, ਉਹ ਤਾਂ ਹੁਣ ਤਾਂ ਬਖਸ਼ਦਾ ਨਹੀਂ ਨਾ, ਹੁਣ ਤਾਂ ਤਸਵੀਰਾਂ ਸਾਹਮਣੇ ਆ ਜਾਂਦੀਆਂ, ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ। ਹਾਂ, ਉਸ ਤੋਂ ਬਾਅਦ ਕੀ ਹੁੰਦਾ ਹੈ? ਉਸ ਤੋਂ ਬਾਅਦ ਫਿਰ ਸਰਦਾਰ ਸੁਖਬੀਰ ਸਿੰਘ ਬਾਦਲ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਦੇ ਜੀ, ਆਹ ਸੀ ਮੇਰੇ ਕੋਲ ਨਰਿੰਦਰ ਤੋਮਰ ਦੀ ਚਿੱਠੀ, MSP ਨਹੀਂ ਘਟਦਾ। ਅਖੀਰ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਲੈ ਆਏ, ਉਹਨਾਂ ਨੂੰ ਬੁਲਾਇਆ ਵਿਚਾਰਿਆਂ ਨੂੰ, ਪਾਤੀ। ਉਹਨਾਂ ਨੇ ਕਹਿਤਾ ਜੀ ਗੱਲ ਇਹ ਆ ਵੀ ਅਕਾਲੀ ਦਲ ਜੇ ਇਦੋਂ ਵਧੀਆ ਤਾਂ ਕਾਨੂੰਨ ਹੀ ਨਹੀਂ ਹੋ ਸਕਦਾ। ਸਾਰਾ ਤੁਸੀਂ ਜ਼ੋਰ ਲਾ ਲਿਆ, ਇਹ ਪਤਾ ਲੱਗ ਗਿਆ ਕਿ ਬਾਦਲ ਪਿੰਡ ਦੀਆਂ ਬਰੂਹਾਂ ਤੇ ਨੂੰ ਟੱਪ ਕੇ ਤੇ ਘਰ ਦੇ ਮੂਹਰੇ ਬਹਿ ਗਏ, ਤੇ ਫਿਰ ਕਹਿੰਦੇ ਜੀ ਅਸੀਂ ਵਾਪਸ ਲੈ ਲੈਂਦੇ। ਫਿਰ ਇਹਨਾਂ ਨੇ ਅਸਤੀਫੇ ਵੀ ਦਿੱਤੇ, ਸਾਰਾ ਕੁਝ ਲੈ ਲਿਆ। ਹੁਣ ਗੱਲ ਇਹ ਹੈ ਕਿ ਮਿਸ਼ਰਾ ਜੀ ਨੂੰ ਇਹ ਧੱਕੇ ਦਾ ਸੁਖਬੀਰ ਸਿੰਘ ਬਾਦਲ ਨੇ ਵੀ ਜੀ ਅਸੀਂ ਬਾਂਹ ਫੜਦੇ ਹਾਂ, ਉਹਦਾ ਕੀ ਬਣੂ? ਬਾਂਹ ਤਾਂ ਹੁਣ ਤੁਸੀਂ 97 ਚ, ਪਹਿਲਾਂ 96 ਚ ਉਹਨਾਂ ਦੀ ਫੜੀ ਤੇ 97 ਚ ਉਹਨਾਂ ਨੂੰ ਪੁੱਛਿਆ ਹੀ ਨਹੀਂ। ਉਹ ਵਿਚਾਰਿਆਂ ਨੂੰ, ਵਿਚਾਰੇ ਜਿਹੜੇ ਦਲਿਤ ਭਾਈਚਾਰੇ ਦੇ ਲੋਕ ਸੀ, ਉਹਨਾਂ ਨੂੰ ਤੁਸੀਂ ਰੋਲਤਾ। ਉਦੋਂ ਦੇ ਰੁਲੇ ਵੀ ਉਹਨਾਂ ਦੀ ਹਾਲਤ ਇਹ ਹੈ ਕਿ 2017 ਦੀਆਂ ਚੋਣਾਂ ਵੇਲੇ ਕਿੰਨੇ % ਵੋਟਾਂ ਪੈਂਦੀਆਂ? ਸਿਰਫ 1.5% BSP ਨੂੰ 1.5% ਹੈ, ਜਿਨ੍ਹਾਂ ਦੀ ਏਡੀ ਵੱਡੀ ਹਾਲਤ ਹੁੰਦੀ ਸੀ।
ਰਾਜਨੀਤਿਕ ਪੰਡਿਤ ਤੇ ਪੋਲੀਟੀਕਲ ਵਿਰੋਧੀ ਕਹਿੰਦੇ ਆ ਕਿ ਬਾਦਲ ਪਰਿਵਾਰ ਇੱਕ ਅਜਿਹਾ ਪਰਿਵਾਰ ਹੈ, ਬੰਦੇ ਨੂੰ ਜਦੋਂ ਮਾਂਜ ਦੇਣਾ ਸਮਝੌਤਾ ਕਰਕੇ ਮਾਂਜਦਾ। ਹਾਂ ਬਸ ਲੈਂਦੇ ਤੇ ਬੁੱਕਲ 'ਚ ਲੈ ਕੇ ਜਿਹਨੂੰ ਬੁੱਕਲ 'ਚ ਲੈ ਲੈਂਦੇ ਉਹ ਮਾਂਜਦਾ, ਮੁੜ ਕੇ ਉਹਨੂੰ ਉੱਠਣ ਜੋਗਰਾ ਨਹੀਂ ਛੱਡਦੇ। ਹੁਣ ਇਹ ਮਜਬੂਰੀ ਹੈ ਕਿਉਂਕਿ ਲੋਕਾਂ ਨੇ ਇਹਨਾਂ ਨੂੰ ਉੱਠਣ ਜੋਗਰਾ ਨਹੀਂ ਛੱਡਿਆ। ਹੁਣ ਉਹ ਭਾਲਦੇ ਸੀ ਵੀ ਮਿਲ ਜੇ ਯਾਰ ਕੋਈ ਨਾ ਕੋਈ ਕਿਸੇ ਨਾਲ, ਜਿਹੜੇ ਭਾ ਮਰਜੀ ਮਿਲ ਜੇ, ਜਿਹੜੇ ਭਾ ਮਰਜੀ ਮਿਲ ਜੇ। ਜਦੋਂ ਵਿਆਜ ਚੱਕਣਾ ਹੋਵੇ ਨਾ ਚੀਜ਼ ਨਾ ਮਿਲਦੀ ਹੋਵੇ ਤਾਂ ਅਗਲਾ ਕਹਿੰਦਾ ਪਠਾਨੀ ਵੀ ਸਹੀ, ਜਿਹੜਾ ਮਰਜੀ ਚਲੇ ਜੀ। ਫਿਰ ਉਹ ਜਾਂ ਸਿਆਣੇ ਵਾਲੀ ਗੱਲ ਕਹਿੰਦਾ ਸਾਰਾ ਜਾਂਦਾ ਵੇਖੀ ਅੱਧਾ ਦੇਈਏ ਵੰਡ। ਉਹੀ ਤਾਂ ਫਿਰ ਗੱਲ ਆ ਕਹਿ ਰਹੇ ਆ ਨਾ ਸੋਸ਼ਲ ਮੀਡੀਆ ਤੇ ਕਿ ਸਮਝੌਤਾ ਜਿਹੜਾ ਹੈ ਕਿ ਇਹ ਅਕਾਲੀ ਦਲ ਤੇ BSP ਦਾ ਸਮਝੌਤਾ ਨਹੀਂ, ਇਹ ਮਾਇਆ ਤੇ ਮਾਇਆ ਧਾਰੀਆਂ ਦਾ ਸਮਝੌਤਾ ਹੈ। ਠੀਕ ਹੈ, ਉਹ ਹੁਣ ਸਮਝੌਤਾ ਗਿਆ ਹੋ। ਇਸ ਸਮਝੌਤੇ ਦੇ ਉੱਤੇ ਕਲੇਸ਼ ਵੀ ਪੈ ਗਿਆ। ਕਲੇਸ਼ ਇਹ ਪੈ ਗਿਆ ਕਿ ਕੁਛ ਜਿਹੜੀਆਂ ਹੈਗੀਆਂ ਸੀਟਾਂ ਜਿਹੜੀਆਂ ਜੇਤੂ ਸੀਟਾਂ ਸੀ BSP ਦੀਆਂ, ਉਹ ਤਾਂ ਜਿਹਨਾਂ ਨੇ ਆਪ ਸੰਭਾਲ ਲਈਆਂ। ਅੱਛਾ, ਜਿੱਥੇ BSP ਜਿੱਤ ਸਕਦੀ ਸੀ, ਜਿਹੜੀਆਂ ਉਹਨਾਂ ਦੀਆਂ ਟਕਸਾਲੀ ਸੀ। ਹੁਣ ਜਿਵੇਂ ਤੁਸੀਂ ਦੇਖੋ ਫਲੋਰ ਸੀਟ ਹੈ, ਫਲੋਰ ਸੀਟ ਦੇ ਉੱਤੇ 2017 ਚ ਅਕਾਲੀ ਦਲ ਤੀਜੇ ਨੰਬਰ ਤੇ ਆਉਂਦਾ ਜੀ, ਦੂਜੇ ਨੰਬਰ ਤੇ ਕੌਣ ਆਉਂਦੀ ਜੀ BSP। ਹੁਣ ਉਹਨਾਂ ਨੇ ਕਹਿਤਾ ਜੀ ਇਹ ਤਾਂ ਅਕਾਲੀ ਦਲ ਰੱਖੂਗਾ। ਉਹ ਕਹਿੰਦੇ ਜੀ 7 ਵਚਨ ਰੱਖ ਲਓ। 20 ਸੀਟਾਂ ਲਈਆਂ। 20 ਸੀਟਾਂ ਦੇ ਵਿੱਚੋਂ ਜਿਹੜੀਆਂ ਹੈਗੀਆਂ ਕੁਝ ਸੀਟਾਂ ਆਪਾਂ ਕਹਿ ਸਕਦੇ 20 ਦੇ ਵਿੱਚੋਂ 17 ਸੀਟਾਂ ਬਾਰੇ ਤਾਂ ਮੈਨੂੰ ਪੱਕਾ ਪਤਾ ਵੀ ਇਹ ਤਾਂ ਜੀ ਇਹਨਾਂ ਦੇ ਗੱਠਜੋੜ ਦੇ ਹੱਥੋਂ ਗਈਆਂ ਜੀ, ਉਹ ਤਾਂ ਗਈਆਂ ਕਾਂਗਰਸ ਵਾਲੇ ਪਾਸੇ। ਆਪਾਂ ਕੱਲੀ ਸੀਟ ਦਾ ਜੇ ਗਿਣਨਾ ਹੋਵੇ ਤਾਂ ਮੈਂ ਤੁਹਾਨੂੰ ਪਠਾਨਕੋਟ ਤੋਂ ਸ਼ੁਰੂ ਕਰਾ ਦਿੰਦਾ। ਪਠਾਨਕੋਟ ਦੀਆਂ 3 ਸੀਟਾਂ ਜੀ, ਭੋਆ, ਸੁਜਾਨਪੁਰ ਤੇ ਪਠਾਨਕੋਟ। ਸੁਜਾਨਪੁਰ ਤੇ ਪਠਾਨਕੋਟ ਤਾਂ ਪਹਿਲਾਂ ਹੀ BJP ਆਪਣੇ ਕਾਂਗਰਸ ਕੋਲੇ, ਕੱਲੀ ਭੋਆ ਰਹਿੰਦੀ ਸੀ, BJP ਕੋਲੇ ਸੀ। ਉਹ BJP ਕੋਲੇ ਸੀ। ਉੱਥੇ ਹੁਣ ਇਹਨਾਂ ਦਾ ਵੀ ਖੜਾ ਹੋ ਗਿਆ, BJP ਵਾਲੇ ਵੀ ਖੜੇ ਹੋਣਗੇ। ਉਹ ਤਾਂ ਦੇਖੋ ਪਠਾਨਕੋਟ 'ਚ ਤਾਂ ਸਾਰੀਆਂ ਖੜੇ ਹੋਣਗੇ, ਗਾੜਾ ਉਹਨਾਂ ਦਾ ਗਾੜਾ। ਤੇ ਉਹ ਜਿਹੜੀਆਂ ਹੈਗੀਆਂ ਉਹ 3 ਸੀਟਾਂ ਨਹੀਂ ਇਹਨਾਂ ਨੂੰ ਆਉਂਦੀਆਂ। ਮੇਰਾ ਖਿਆਲ ਵੀ ਆਉਂਦੀ BJP ਨੂੰ ਵੀ ਨਹੀਂ, ਕਿਉਂਕਿ BJP ਨੂੰ ਅੱਗੇ ਸਿੱਖ ਵੋਟ ਪੈ ਜਾਂਦੀ ਸੀ। ਐਤਕੀ ਸਿੱਖ ਵੋਟ ਅਕਾਲੀ ਦਲ ਇੱਧਰ ਪਵਾ ਦੂਗਾ। ਤੇ ਜੇ ਭਾਈ ਅੰਦਰਲਾ ਸਮਝੌਤਾ ਫੇਰ ਜਾਗ ਪਿਆ। ਉਹ ਤਾਂ ਜਿਵੇਂ ਲੋਕ ਕਹਿੰਦੇ ਵੀ ਅੰਡਰਗਰਾਉਂਡ ਤਾਰਾਂ ਤਾਂ ਵਿਛੀਆਂ ਵੀ ਫਿਰ ਸਮੁੰਦਰ ਥੱਲੇ ਟੈਲੀਫੋਨ ਦੀਆਂ ਤਾਰਾਂ ਹੁੰਦੀਆਂ ਨਾ, ਉਹ ਤਾਂ ਕਹਿੰਦੇ ਵਿਛੀਆਂ ਵੀ। ਹਾਂ ਚਲੋ ਉਹ ਹੋ ਜਾਣਾ। ਇਹ ਹੁਣ ਹੋ ਗਿਆ। ਹੁਣ ਇਹਦੇ ਤੇ BSP ਦੇ ਜਿਹੜੇ ਟਕਸਾਲੀ ਵਰਕਰ ਹੈ ਉਹਨਾਂ ਨੇ ਰੌਲਾ ਪਾ ਲਿਆ ਜੀ। ਉਹ ਕਹਿੰਦੇ ਜੀ ਸਾਡੀ ਫਲੋਰ ਵੀ ਗਈ, ਸਾਡੀਆਂ ਜਿਹੜੀ ਹੈਗੀ ਤੁਹਾਡੀ ਚੱਬੇਵਾਲ ਵੀ ਗਈ, ਅੱਛਾ ਜੀ, ਗੜਸ਼ੰਕਰ ਵੀ ਗਈ। ਜਿਹੜੀਆਂ ਸੀਟਾਂ ਗੜਸ਼ੰਕਰ ਤੁਹਾਨੂੰ ਚੱਬੇਵਾਲ ਤਾਂ ਜਿੱਦੇ ਰਹੇ ਉਹ ਵੀ ਗਈਆਂ। ਉਹੀ ਗਈ ਹੈ ਨਾ ਉਤਲੀ ਜਿਹੜੀ ਆ ਆਪਣੇ ਕਹਿ ਲਓ ਵੀ ਕੰਢੀ ਵਾਲਾ ਇਲਾਕਾ ਉਹ ਗਿਆ, ਫੁੱਟ ਹਿੱਲਾ ਜਿਹਨੂੰ ਕਹਿ ਦਿੰਦੇ। ਹਾਂਜੀ ਹੁਣ ਇਹਨਾਂ ਨੂੰ ਦੇਤੀ ਜੀ। ਕਹਿੰਦੇ ਜਗਾ BSP ਵਾਲਿਆਂ ਨੂੰ ਕਹਿੰਦੇ ਤੁਸੀਂ ਪੈਲ ਲੈ ਲਓ। ਉੱਥੇ ਉਹਨਾਂ ਦਾ ਪੈਲ ਕਿਹਦਾ? ਬੇਅੰਤ ਸਿੰਘ ਦਾ ਹਲਕਾ ਹੈ। ਬੇਅੰਤ ਸਿੰਘ ਦਾ ਪੋਤਾ ਗੁਰਕੀਰਤ, ਉਹਦਾ ਫਿਰ ਤੁਹਾਨੂੰ ਪਤਾ ਸਮਝੌਤੇ ਹੈਗੇ ਇਹਨਾਂ ਦੇ। ਨਾ ਹੁਣ ਉੱਥੇ ਲੱਖਾ ਹੈ। ਅੱਛਾ, ਕਾਂਗਰਸ ਪਾਰਟੀ ਦਾ ਰਿਜ਼ਰਵ ਹੈ ਨਾ ਸੀਟ ਉਹ। ਹੁਣ ਉਹ ਲੱਖਾ ਉੱਥੇ, ਤੇ ਉੱਥੇ ਮੁਕਾਬਲੇ ਦੇ ਉੱਤੇ ਕਹਿੰਦੇ ਕਿੰਨੀਆਂ 618 ਵੋਟਾਂ ਪਈਆਂ ਜੀ 2017 ਚ BSP ਨੂੰ ਜੀ। ਹੁਣ ਉਹ ਸੀਟ ਉਹਨਾਂ ਨੂੰ ਦੇਤੀ। ਵੱਡੀ ਗੱਲ ਇਹ ਕਿ ਜਿਹੜੀਆਂ 2 ਸੀਟਾਂ ਜਿਹੜੀਆਂ ਪੰਥਕ ਸੀਟਾਂ ਕਹਿ ਸਕਦੇ ਆਪਾਂ ਨੂੰ, ਜਿਨ੍ਹਾਂ ਦਾ ਸਿੱਖ ਇਤਿਹਾਸ ਦੇ ਨਾਲ ਜਿਨ੍ਹਾਂ ਸਥਾਨਾਂ ਦਾ ਬਹੁਤ ਨੇੜਲਾ ਸੰਬੰਧ ਹੈ। ਮੈਂ ਕਹਿੰਦਾ ਵੀ ਸਿੱਖ ਇਤਿਹਾਸ ਉਹਨਾਂ ਤੋਂ ਬਗੈਰ ਤਾਂ ਅਧੂਰਾ ਹੈ ਹੀ ਨਹੀਂਗਾ ਜੀ। ਅਨੰਦਪੁਰ ਸਾਹਿਬ ਹੈ। ਅਨੰਦਪੁਰ ਸਾਹਿਬ ਉਹ ਸਥਾਨ ਹੈ ਜਿੱਥੇ ਖਾਲਸਾ ਪੰਥ ਦੀ ਸਾਜਨਾ ਕੀਤੀ। ਦੂਜਾ ਆ ਗਿਆ ਚਮਕੌਰ ਸਾਹਿਬ। ਚਮਕੌਰ ਸਾਹਿਬ ਉਹ ਗੜੀ ਹੈ, ਮਤਲਬ ਦੁਨੀਆ ਦੇ ਵਿੱਚ ਅੱਲਾ यार खान ने लिखा है हिंद में एक तीर्थ है ऐसा वहां मजहब के लिए बाप ने बेटे कटवाए थे जहां। ਉਹ ਵੀ ਹੁਣ ਪੰਥਕ ਜਿਹੜੇ ਮਤਲਬ ਮੇਰਾ ਗੱਲ ਜਿਹੜਾ ਬਿੱਟੂ ਗੱਲ ਕਰਦਾ ਹੈ, ਬਿੱਟੂ ਦਾ ਤਾਂ ਉਸ ਗੱਲ ਦਾ ਬੜਾ ਵਿਰੋਧ ਹੋ ਰਿਹਾ ਕਿ ਦਲਿਤ ਕਿਤੇ ਲੜ ਨਹੀਂ ਸਕਦੇ, ਹੋਰ ਨਹੀਂ ਕਰ ਸਕਦੇ, ਜਾਂ ਤਾਂ ਉਹਦਾ ਬਿੱਟੂ ਦਾ ਕਹਿਣ ਦਾ ਤਰੀਕਾ ਹੋਰ ਹੈ। ਉਹਦੇ ਵਿੱਚ ਅੱਜ ਕਾਫੀ ਟਰੋਲ ਹੋ ਰਿਹਾ ਬਿੱਟੂ। ਨਹੀਂ ਉਹ ਟਰੋਲ ਤਾਂ ਖੈਰ ਟਰੋਲ ਵਾਲਿਆਂ ਨੇ ਟਰੋਲ ਕਰਨਾ, ਉਹ ਤਾਂ ਇਹਨਾਂ ਦੀ ਆਪਣੇ IT ਸੈੱਲ ਵਾਲੇ ਹੁੰਦੇ ਆ ਨਾ, ਉਹ ਸਾਰਾ ਕੁਛ ਕਰ ਲੈਂਦੇ। ਦਲਤਾਂ ਤੇ ਨਹੀਂ ਗੱਲ ਹੈਗੀ। ਗੱਲ ਹੈ ਕਿ ਇੱਕ ਪੰਥਕ ਪਾਰਟੀ, ਅਕਾਲੀ ਦਲ ਆਪਣੇ ਆਪ ਨੂੰ ਪੰਥਕ ਪਾਰਟੀ ਕਹਿੰਦਾ ਹੈ। ਅਨੰਦਪੁਰ ਸਾਹਿਬ ਜਿੱਥੋਂ ਖਾਲਸਾ ਪੰਥ ਦੀ ਸਾਜਨਾ ਹੋਈ ਸੀ, ਜੇ ਉਹ ਸੀਟ ਛੱਡਤੀ ਤੇ ਫਿਰ ਰਹਿ ਕੀ ਗਿਆ ਪੰਥ ਕੋਲ? ਪੰਥ ਦੇ ਪੱਲੇ ਕੀ ਹੈ? ਜੇ ਪੰਥ ਹੈ ਫਿਰ ਜਾਂ ਪੰਥ ਹੈ ਨਹੀਂ, ਜਾਂ ਫਿਰ ਇਹ ਵੀ ਸੁਖਬੀਰ ਸਿੰਘ ਬਾਦਲ ਵਾਲਾ ਪੰਥ ਹੈ ਜਿੱਥੋਂ ਦਲਜੀਤ ਸਿੰਘ ਚੀਮਾ ਖੜਾ। ਇਸ ਪੰਥ ਦੇ ਲਈ ਅਨੰਦਪੁਰ ਸਾਹਿਬ ਦੀ ਕੋਈ ਅਹਿਮੀਅਤ ਹੀ ਨਹੀਂ, ਤੇ ਨਾ ਇਸ ਪੰਥ ਦੇ ਲਈ ਫਿਰ ਕੋਈ ਚਮਕੌਰ ਸਾਹਿਬ ਦੀ ਅਹਿਮੀਅਤ ਹੈ। ਚਮਕੌਰ ਸਾਹਿਬ ਤੇ ਅਨੰਦਪੁਰ ਸਾਹਿਬ ਤਾਂ ਸਿੱਖ ਇਤਿਹਾਸ ਦੇ 2 ਬਹੁਤ ਹੀ ਇਤਿਹਾਸਕ ਸਥਾਨ ਹੈ। ਪੰਥਕ ਹੈ ਤੇ ਉਹਨਾਂ ਪੰਥਕਾਂ ਨੂੰ ਇਹਨਾਂ ਨੇ ਛੱਡਤਾ। ਸੋ ਇਸ ਕਰਕੇ ਇਹਦੇ ਤੇ ਹੁਣ ਜਿਹੜੀ ਹੈਗੀ ਹੈ ਅਸ਼ਵਨੀ ਸ਼ਰਮਾ, BSP ਦਾ ਜਿਹੜਾ ਲੀਡਰ ਹੈ ਅਸ਼ਵਨੀ ਕੁਮਾਰ, ਉਹ ਕਹਿੰਦਾ, ਉਹਨੇ ਹੁਣ ਗੱਲ ਕਹੀ ਹੈ, ਉਹ ਕਹਿੰਦਾ ਜੀ ਤਾਂ ਬੇਮੇਲ ਸੰਗਮ ਹੈ। ਅੱਛਾ, ਸਾਡੇ ਤਾਂ ਇਹਨਾਂ ਦਾ ਅਸਰ ਹੀ ਕੋਈ ਨਹੀਂ। ਬੋਲ ਰਾਦਾ ਬੋਲ ਸੰਗਮ ਹੋਗਾ ਕਿ ਨਹੀਂ? ਹਾਂ, ਕਹਿੰਦਾ ਹੁਣ ਸਾਡਾ ਹੋ ਗਿਆ, ਅਸੀਂ ਲੜਾਂਗੇ 117 ਸੀਟਾਂ ਤੇ। ਅੱਛਾ ਜੀ, 117 ਦੇ ਉੱਤੇ ਅਸੀਂ ਆਪਣੇ ਬੰਦੇ ਖੜੇ ਕਰਾਂਗੇ ਜੀ। ਉਹ ਆ ਗਿਆ ਜੀ। ਹੁਣ 117 ਤੇ ਖੜੇ ਕਰੋਗੇ ਤੇ 117 ਤੇ ਹੋਊਗਾ ਕੀ? ਕੁਣਵਾਬ ਦਾ ਵੀ ਖਿਲਰ ਰਿਹਾ, ਕਿਉਂਕਿ ਪਹਿਲਾਂ ਤਾਂ ਸੀਗਾ ਇਕੱਲਾ
ਅਨਿਲ ਜੋਸ਼ੀ ਬੋਲਿਆ ਕਿ ਭਾਈ ਕਿਸਾਨਾਂ ਦੀ ਗੱਲ ਸੁਣ ਲਓ। ਆ ਜਿਹੜੀ ਪੰਜਾਬ ਦੀ ਬੀਜੇਪੀ ਹੈ ਨਾ, ਬਿਲਕੁਲ ਨਖਿੱਧ ਬੀਜੇਪੀ ਹੈ, ਜਾ ਕੇ ਸਹੀ ਗੱਲ ਹੀ ਨਹੀਂ ਦੱਸਦੇ, ਡਰਦੇ ਸੈਂਟਰ ਵਾਲਿਆਂ ਨੂੰ ਗੱਲ ਹੀ ਨਹੀਂ ਦੱਸਦੇ। ਉਹ ਤੋਂ ਬਾਅਦ ਬੋਲ ਪਿਆ ਜੀ ਆਪਣਾ ਮਾਸਟਰ ਮੋਹਨ ਲਾਲ ਉੱਥੋਂ ਪਠਾਨਕੋਟ ਵਾਲਾ ਮਾਸਟਰ ਮੋਹਨ ਲਾਲ ਕਹਿੰਦਾ ਵੀ ਮੈਂ ਪਹਿਲੇ ਦਿਨ ਹੀ ਕਹਿੰਦਾ ਅਸ਼ਵਨੀ ਸ਼ਰਮੇ ਨੂੰ ਕਿਹਾ ਸੀ ਵੀ ਕਿਸਾਨ ਅੰਦੋਲਨ ਨੂੰ 3-4 ਦਿਨ ਜਦੋਂ ਹੋ ਗਏ ਸੀ ਨਾ, ਵੀ ਇਹਨੂੰ ਹਲਕੇ 'ਚ ਨਾ ਲਓ, ਤੁਸੀਂ ਕਿਸਾਨਾਂ ਦੀ ਫਿਤਰਤ ਨੂੰ ਨਹੀਂ ਜਾਣਦੇ ਤੇ ਮੈਂ ਇਹਨਾਂ ਦੀ ਫਿਤਰਤ ਨੂੰ ਜਾਣਦਾ। ਉਹ ਆਪ ਕਿਸਾਨ ਆ। ਉਹ ਕਹਿੰਦਾ ਵੀ ਜੇ ਜੱਟ ਪੈ ਗਿਆ ਨਾ, ਤੇ ਜੱਟ ਨੇ ਖੈੜਾ ਨਹੀਂ ਛੱਡਣਾ ਤੇ ਆਪਣੇ ਲਈ ਬਹੁਤ ਮਹਿੰਗਾ ਪੈ ਜੀ, ਉਹਨੂੰ ਹੁਣੇ ਮੁਕਾ ਦਿਓ ਕੰਮ ਨੂੰ। ਕਹਿੰਦਾ ਗੱਲ ਸੁਣੀ, ਕਹਿੰਦਾ ਮੈਂ ਲੱਖੋਵਾਲ ਨਾਲ ਵੀ ਗੱਲ ਕੀਤੀ, ਮੈਂ ਰਾਜੇਵਾਲ ਸਾਹਿਬ ਨਾਲ ਵੀ ਗੱਲ ਕੀਤੀ। ਉਹ ਕਹਿੰਦੇ ਲਿਆਓ ਜੀ, ਆਓ ਬੈਠ ਕੇ ਗੱਲ ਕਰਾਓ। ਇਹਨਾਂ ਨੇ ਕਹਿੰਦਾ ਸਾਡੀ ਗੱਲ ਨਹੀਂ ਸੁਣੀ। ਜਦੋਂ ਗੱਲ ਨਹੀਂ ਸੁਣੀ, ਚੱਲਦਿਆਂ ਪੰਜਾਬ ਦੇ ਧਰਨਿਆਂ ਤੋਂ ਤੁਰ ਕੇ ਜਦੋਂ ਦਿੱਲੀ ਨੂੰ ਤੁਰ ਪਏ, ਤੇ ਜਿਸ ਢੰਗ ਦੇ ਨਾਲ ਉਹਨਾਂ ਨੇ ਟਰੀਟ ਕੀਤਾ, ਉਹਦੇ ਨਾਲ ਉਹ ਇਰੀਟੇਟ ਇੰਨੇ ਹੋ ਗਏ ਕਿ 6 ਮਹੀਨੇ ਦਾ ਉਹਨਾਂ ਨੇ ਕਿਹਾ ਅਸੀਂ ਰਾਸ਼ਨ ਲੈ ਕੇ ਗਏ ਹਾਂ, ਅਸੀਂ 6 ਮਹੀਨੇ ਤਾਂ ਬੀਤ ਗਏ ਹਾਂ। ਤੇ ਅਗਾਂਹ ਉਹਨਾਂ ਨੇ ਕਹਿੰਦਾ ਬੰਗਾਲ ਦੇ ਵਿੱਚ ਅਸੀਂ ਤੁਹਾਨੂੰ ਝੋਟੀਆਂ ਚੰਗਾਤੀਆਂ, ਉਹ ਚੰਗਾਤੀਆਂ, ਠੀਕ ਹੈ, ਤੇ ਚੰਗਾਵਾਂਗੇ ਹੁਣ ਉੱਤਰਾਖੰਡ ਤੇ ਯੂਪੀ ਦੇ ਵਿੱਚ ਵੀ, ਉਹਦੇ ਵਾਸਤੇ ਤੁਸੀਂ ਤਿਆਰ ਹੋ ਜਾਓ। ਤੇ ਇਸ ਵੇਲੇ ਨਾ ਬਲਬਲੇ ਜੇ ਖਾਈ ਜਾਂਦੇ, ਉਧਰੋਂ RSS ਵਾਲੇ ਕਹਿੰਦੇ ਵੀ ਆਹ ਇੱਕ ਨਵਾਂ ਹੀ ਸੱਪ ਖੜਾ ਹੋ ਗਿਆ, ਉਹ ਵੀ ਕਹਿੰਦੇ ਹੁਣ ਬਦਲ ਲੱਭਦੇ ਫਿਰਦੇ ਵੀ ਇਹਦਾ ਕੁਛ ਨਾ ਕੁਛ ਕਰੀਏ। ਇਸ ਕਰਕੇ ਬੜੀ ਵੱਡੀ ਪ੍ਰੋਬਲਮ ਪਹਿਲਾਂ ਉਹ ਸੀ। ਤੀਜਾ ਬੰਦਾ ਜੀ ਹੁਣ ਇੱਕ ਹੋਰ ਖੜਾ ਹੋ ਗਿਆ, ਉਹਦਾ ਨਾਂ KD ਭੰਡਾਰੀ ਹੈ। ਪੁਰਾਣਾ ਵੀ ਮੰਤਰੀ ਰਿਹਾ, ਉਹ ਪ੍ਰਧਾਨ ਵੀ ਰਿਹਾ। ਨਹੀਂ KD ਭੰਡਾਰੀ ਕੌਣ ਬੰਦਾ ਜੀ? ਤੁਸੀਂ ਦੇਖੋ ਸਹੀ, ਮਾਝੇ ਦੁਆਬੇ ਦੇ ਵਿੱਚ ਜੇ ਦੁਆਬੇ ਦੀ ਸਿਆਸਤ ਦੀ ਗੱਲ ਕਰਨੀ ਹੁੰਦੀ ਹੈ ਤਾਂ ਮੇਰੇ ਯਾਦ ਹੈ ਇੱਕ ਜ਼ਮਾਨੇ ਦੇ ਵਿੱਚ ਇਹ ਕਹਿੰਦੇ ਹੁੰਦੇ ਸੀ ਕਿ ਇਹ ਬੰਦਾ ਜੀ ਆਪਣਾ ਜੰਡਿਆਲਾ ਪਾਸ ਹੈ। ਰਾਜਨੀਤੀ ਦੇ ਵਿੱਚ ਉਸ ਬੰਦੇ ਨੂੰ ਅਸਫਲ ਸਮਝਿਆ ਜਾਂਦਾ ਸੀ ਜਿਹੜਾ ਜੰਡਿਆਲਾ ਪਾਸ ਨਹੀਂ ਹੁੰਦਾ ਸੀ ਜੀ, ਕਿਉਂਕਿ ਜੰਡਿਆਲੇ ਦੇ ਤੁਸੀਂ ਨਿਗਾਹ ਮਾਰੋ, ਜੰਡਿਆਲੇ ਦੇ ਇਲਾਕੇ ਦੇ ਵਿੱਚੋਂ ਕਿਹੋ ਜਿਹੇ ਲੋਕ ਆਉਂਦੇ ਹੁੰਦੇ ਸੀ। ਉੱਥੋਂ ਹਰਕਿਸ਼ਨ ਸਿੰਘ ਸੁਰਜੀਤ, ਉੱਥੋਂ ਦਰਬਾਰਾ ਸਿੰਘ, ਉੱਥੋਂ ਹੀ ਸਵਰਨ ਸਿੰਘ, ਪਤਾ ਨਹੀਂ ਕਿਹੋ ਜਿਹੇ ਪੁਰਾਣੇ ਕਿਹੜੇ ਵੱਡੇ ਲੀਡਰ ਸੀ ਜਿਹੜੇ ਅਕਾਲੀ ਦਲ 'ਚ ਵੀ ਗਏ, ਕਾਂਗਰਸ ਗਏ। ਜਿਹੜਾ ਬੰਦਾ ਕਹਿੰਦੇ ਵੀ ਆਪਣਾ ਜੰਡਿਆਲਾ ਪਾਸ ਕਰ ਗਿਆ ਨਾ, ਉਹ ਬੰਦਾ ਕਦੇ ਮਾਰ ਨਹੀਂ ਖਾਂਦਾ। ਤੇ ਜਲੰਧਰ ਦੇ ਵਿੱਚ ਹੁਣ ਉਹ ਤੋਂ ਬਾਅਦ ਦੇਖੀ ਆਪਾਂ ਫਿਰ ਵੀ ਜਿਹੜੇ ਬੰਦੇ ਜੰਡਿਆਲਾ ਪਾਸ ਹੈ, ਜਿਹੜੇ ਦੁਆਬਾ ਪਾਸ ਹੈ, ਦੁਆਬਾ ਪਾਸ ਵਾਲਿਆਂ ਦੇ ਵਿੱਚ ਇੱਕ ਨਾਂ ਆਉਂਦਾ ਹੁੰਦਾ ਸੀ ਅਵਤਾਰ ਸਿੰਘ ਹੈਨਰੀ ਦਾ। ਹੈਨਰੀ ਅਵਤਾਰ ਸਿੰਘ ਜਿਹੜਾ ਹੈਗਾ, ਉਹ ਕਹਿੰਦੇ ਸੀ ਵੀ ਇਹ ਬੰਦੇ ਨੂੰ ਤਾਂ ਕੋਈ ਹਰਾ ਹੀ ਨਹੀਂ ਸਕਦਾ ਜੀ। ਤੇ ਹੈਨਰੀ ਇੱਕ ਵਾਰੀ ਹਾਰਿਆ ਵੀ ਸੀ, ਤੇ ਹਾਰਿਆ ਥੋੜੀਆਂ ਜਿਹੀਆਂ ਵੋਟਾਂ ਤਾਂ ਸੀ, ਨਹੀਂ ਬਹੁਤ ਵੱਡੇ ਫਰਕ ਨਾਲ ਹਰਾਇਆ ਸੀ। ਉਹ ਇਹਨੇ KD ਭੰਡਾਰੀ ਨੇ ਹਰਾਇਆ ਸੀ ਜੀ, ਜਲੰਧਰ ਤੋਂ KD ਭੰਡਾਰੀ ਨੇ। ਤੇ ਵੈਸੇ ਧੜੱਲੇਦਾਰ ਉਹ KD ਭੰਡਾਰੀ ਵੀ ਆ ਗਿਆ। ਉਹਨੂੰ ਹਾਲੇ ਇੱਕ ਵਿਚਾਰੇ ਨੂੰ ਵਜ਼ੀਰ ਪੂਰਾ ਨਹੀਂ ਬਣਾਇਆ ਸੀ, ਉਹਨੂੰ ਤਾਂ ਪਾਰਲੀਮੈਂਟ ਸਕੱਤਰੀ ਬਣਾਇਆ ਸੀ। ਉਹ ਵੀ ਆ ਗਿਆ ਵੀ ਇਹ ਗੱਲ ਹੈ। ਹੁਣ ਵੇਖਣ ਵਾਲੀ ਗੱਲ ਹੈ, ਉਹ ਕਹਿੰਦੇ ਵੀ ਸਾਡੇ ਤਾਂ ਲੀਡਰ ਕਹੀ ਜਾਂਦੇ ਆ ਵੀ ਅਸੀਂ 117 ਤੇ ਲੜਾਂਗੇ। ਤੇ ਮੈਂ ਹੁਣੇ ਇੰਟਰਵਿਊ ਸੁਣ ਕੇ ਆਇਆ ਸੀ ਉਹਦੀ, ਆਪਣੇ ਦੀ ਜੋਸ਼ੀ ਦੀ, ਅਨਿਲ ਜੋਸ਼ੀ ਦਾ ਵੀ 117 ਬੰਦੇ ਕਿੱਥੋਂ ਲੈ ਕੇ ਆਵਾਂਗੇ, ਉਹ ਵੀ ਕਾਇਮ ਹੋਇਆ ਬੈਠਾ। ਹਾਂ, ਉਹ ਕਹਿੰਦਾ ਅਗਲੀ ਗੱਲ ਤੁਸੀਂ ਇਹ ਦੱਸੋ ਨਾ, ਕਹਿੰਦੇ ਆਪ ਤਾਂ ਕਹਿੰਦੇ ਵਰਚੁਅਲ ਮੀਟਿੰਗਾਂ ਕਰਦੇ ਸਾਡੇ ਲੀਡਰ ਆ ਜਿਹੜੇ। ਇੱਕ ਤਾਂ ਕਹਿੰਦਾ ਉਹ ਹਰਜੀਤ ਸਿੰਘ ਗਰੇਵਾਲ 5ਵੀਂ ਮੰਜ਼ਿਲ ਤੇ ਬੈਠਾ ਪੰਜਾਬ ਬੰਦੇ, ਉੱਥੇ ਹੀ ਪੱਤਰਕਾਰ ਨੂੰ ਸੱਦ ਲੈਂਦਾ ਹੈ, ਉੱਥੋਂ ਬੈਠ ਕੇ ਫਿਰ ਉਹ ਜਿਹੜੀ ਆਪਾਂ ਕਹਿੰਦੇ ਨੇ ਹੁੱਕੇ ਪੜਾਕੇ ਪਾਈ ਜਾਂਦਾ, ਜੋ ਕਰ ਦਿਆਂਗੇ ਬਾਹਰ ਕਰ ਦਿਆਂਗੇ, ਕਹਿੰਦੇ ਥੱਲੇ ਵੀ ਨਹੀਂ ਆਉਂਦਾ, ਵਿਹੜੇ 'ਚ ਵੀ ਨਹੀਂ ਆਉਂਦਾ। ਆਪ ਤਾਂ ਕਹਿੰਦੇ ਵਰਚੁਅਲ ਮੀਟਿੰਗਾਂ ਕਰਦੇ। ਉਹ ਕਹਿੰਦਾ ਮੇਰੀ ਇੱਕ ਬੇਨਤੀ ਹੈ ਸਾਡੀ ਲੀਡਰਸ਼ਿਪ ਨੂੰ ਵੀ ਜਰਾ ਗਨਮੈਨ ਲਾਇਓ ਤੇ ਨਾਲ ਦੇ ਪਿੰਡ 'ਚ ਜਾਂਦੇ ਰਹੋ। ਜੇ ਤਾਂ ਸਲਾਰੀ ਨੂੰ ਪਾੜਤੇ ਫਿਰ ਤਾਂ ਤੁਸੀਂ ਮੰਨ ਲਓ ਵੀ ਠੀਕ ਹੈ, ਤੇ ਜੇ ਨਹੀਂ ਤਾਂ ਅਸੀਂ ਕਹਿੰਦਾ ਭਾਈ ਅਸੀਂ ਥੋੜੀ ਮੰਨ ਲਾਂਗੇ। ਤੇ ਜੱਟਾਂ ਦਾ ਹੁਣ ਤੁਹਾਨੂੰ ਪਤਾ ਤਾਂ ਕਿਸੇ ਨੂੰ ਵੜਨ ਹੀ ਨਹੀਂ ਦਿੰਦੇ। ਉਹ ਤਾਂ ਸਲਾਰੀ ਨੂੰ ਤਾਂ ਕੱਲ ਉਹ ਪਾੜਤਾ ਹਰਦਿਆਲ ਸਿੰਘ ਕੰਬੋਜ। ਉਹ ਕਿਉਂ ਜੀ? ਉਹ ਹਰਦਿਆਲ ਕੰਬੋਜ ਵੀ ਕਿਸੇ ਪਿੰਡ ਦੇ ਵਿੱਚ ਗਿਆ ਸੀਗਾ ਨਾ, ਬੁੱਢਨਪੁਰ ਪਿੰਡ ਹੈ, ਉੱਥੇ ਗਿਆ ਸੀ ਕੋਈ ਬੰਦਾ ਕਾਂਗਰਸ ਚ ਲਾਉਣਾ। ਪਰ ਹੁਣ ਜੱਟ ਕਹਿੰਦੇ ਉਹਨੂੰ ਤਾਂ ਕਹਿੰਦੇ ਸਾਰੀ ਆ ਜਿਹੜੀ ਸਿਆਸੀ ਜਮਾਤ ਹੈ ਮਾੜੀ ਹੈ, ਜਿਹਦੇ ਨਾਲ ਸਿਆਸੀ ਲੱਗ ਗਿਆ ਨਾ, ਉਹ ਕਹਿੰਦੇ ਜੀ ਸਿਆਸੀ ਤਾਂ ਸਾਨੂੰ ਚਾਹੀਦਾ ਨਹੀਂ, ਤਾਂ ਅਲੀ ਕਰਕੇ ਪੈ ਜਾਂਦੇ। ਇਹ ਪਵਿੱਤਰ ਪਾਪੀ ਨੇ, ਅੱਕੇ ਪਏ ਨਾ ਅਗਲੇ ਕਹਿੰਦੇ 6 ਮਹੀਨੇ ਹੋ ਗਏ ਵੀ ਸਾਡੀ ਕੋਈ ਗੱਲ ਹੀ ਨਹੀਂ ਸੁਣਦਾ। ਉਹਨਾਂ ਨੂੰ ਜਿਹੜਾ ਸਿਆਸਤਦਾਨ ਦਿਸ ਜਾਂਦਾ, ਵੋਟਾਂ ਵਾਲਾ ਦਿਸ ਜਾਂਦਾ, ਉਹਨੂੰ ਅਲੀ ਕਰਕੇ ਪੈ ਜਾਂਦੇ। ਤੇ ਉਹਦੀ ਗੱਲ ਠੀਕ ਹੈ, ਉਹ ਕਹਿੰਦਾ ਵੀ ਫਿਰ ਆ ਜਾਓ ਤੁਸੀਂ ਜਾਂਦੇ ਰਹੋ। ਉਹ ਹੁਣ ਕੋਈ ਆਉਣ ਵਾਲੀ ਗੱਲ ਨਹੀਂ। ਸੋ ਕੁੱਲ ਮਿਲਾ ਕੇ ਕਹਿ ਦਈਏ ਕਿ ਇੱਧਰ ਤਾਂ ਭਾਈ ਮਾਇਆ ਧਾਰੀ ਤੇ ਮਾਇਆ ਦਾ ਸਮਝੌਤਾ ਹੋ ਗਿਆ। ਉਧਰ ਜਿਹੜੇ ਹੈਗੇ 117 ਦੇ ਲੜਨ ਦੀ ਗੱਲ ਕਰਦੇ ਆ, ਪਰ ਗਾਂ ਜਿਹੜੇ ਬਾਬੇ ਹੈ ਜਿਹੜੇ ਸਰਹੱਦਾਂ ਤੇ ਬੈਠੇ, ਉਹ ਅਜੇ ਪਤਾ ਨਹੀਂ ਕੀ ਗੋਲ ਖੜਾਉਣਗੇ, ਕਿਉਂਕਿ ਉਹਨਾਂ ਨੇ ਕਹਿਤਾ ਵੀ ਅਸੀਂ ਇਕੱਲਾ ਇਹ ਨਾ ਸਮਝੋ ਵੀ ਦਿੱਲੀ ਦੀ ਲੜਾਈ ਲੜਦੇ ਆ, ਪੰਜਾਬ ਵਾਲੇ ਪਾਸੇ ਵੀ ਅਸੀਂ ਗੇੜਾ ਮਾਰਨਾ ਹੈ, ਹੁਣ ਇੱਥੇ ਵੀ ਗੇੜਾ ਮਾਰਨਗੇ, ਛਾਲ ਇੱਥੇ ਵੀ ਚੁਕਾਉਣਗੇ। ਤੇ ਢਿੱਲੋਂ ਸਾਹਿਬ, ਛਾਲ ਦੀ ਗੱਲ ਕਹੀਏ ਤੁਹਾਨੂੰ, ਕੀ ਹੁਣ ਜਿਹੜੀ ਨਵੀਂ ਸਿੱਟ ਬਣੀ ਹੈ ਕੋਟਕਪੂਰਾ ਗੋਲੀਕਾਂਡ 'ਚ, ਕਿਹਦੀ ਛਾਲ ਚੁਕਾਊਗੀ, ਕਿਹਨੂੰ ਫਿਰ ਸੱਦੀ ਫਿਰਦੀ ਹੈ? ਦੇਖੋ, ਛਾਲ ਤਾਂ ਪਤਾ ਨਹੀਂ ਕਿਹਦੀ ਚੁਕਾਉਣੀ ਹੈ ਜਾਂ ਨਹੀਂ, ਕੋਈ ਨਹੀਂ, ਇਹ ਚੀਜ਼ ਤਾਂ ਹੈਗੀ ਭਵਿੱਖ ਦੇ ਗਰਭ 'ਚ ਜੀ। ਲੇਕਿਨ ਜਿਹੜੀ ਨਵੀਂ ਚੀਜ਼ ਇਹਦੇ 'ਚ ਹੋਈ ਹੈ, ਵੇਖਣ ਵਾਲੀ ਗੱਲ ਇਹ ਹੈ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਇਹ ਤੋਂ ਪਹਿਲਾਂ ਕਈ ਪੁਲਿਸ ਅਫਸਰਾਂ ਨੂੰ, IPS ਅਫਸਰਾਂ ਨੂੰ ਗ੍ਰਿਲ ਕੀਤਾ ਹੈ, ਜਿਨ੍ਹਾਂ ਦੇ ਵਿੱਚ ਸਾਬਕਾ DGP ਸੁਮੈਧ ਸੈਣੀ ਵੀ ਹੈ, ਉਹਦੇ ਵਿੱਚ IG ਪਰਮਰਾਜ ਉਮਰਾ ਨੰਗਲ ਵੀ ਹੈ ਜੀ, ਉਹਦੇ ਵਿੱਚ ਸਾਬਕਾ DIG
ਅਮਰ ਸਿੰਘ ਚਹਿਲ ਵੀ ਹੈ ਜੀ, ਉਹਦੇ ਵਿੱਚ ਤੁਹਾਡਾ ਰਣਬੀਰ ਸਿੰਘ ਖੱਟੜਾ ਵੀ ਹੈ, ਮੇਰੇ ਖਿਆਲ ਮੁਤਾਬਕ ADGP ਜਤਿੰਦਰ ਜੈਨ ਵੀ ਹੈ ਜੀ, ਸੁਖਵਿੰਦਰ ਮਾਨ ਜਿਹੜਾ ਬੰਬਾ ਵਾਲਾ ਜਿਹੜਾ ਉੱਥੇ SSP ਹੁੰਦਾ ਸੀ ਫਰੀਦਕੋਟ, ਉਹ ਵੀ ਉਹਨਾਂ ਨੇ ਸਾਰਿਆਂ ਨੂੰ ਗ੍ਰਿਲ ਕਰ ਲਿਆ। ਤੇ ਗ੍ਰਿਲ ਕਰਨ ਤੋਂ ਬਾਅਦ ਜੀ ਹੁਣ ਉਹਨਾਂ ਨੇ ਇੱਕ ਚਿੱਠੀ ਕੱਢਤੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਜੀ ਤੁਸੀਂ ਵੀ ਆ ਜਾਓ ਤੇ 16 ਤਾਰੀਖ ਨੂੰ ਅਸੀਂ ਤੁਹਾਡੇ ਨਾਲ ਵੀ ਗੱਲਾਂ ਬਾਤਾਂ ਕਰਨੀਆਂ। ਇੱਕ ਮੋਹਾਲੀ ਦੇ ਵਿੱਚ ਫੇਜ਼ 8 ਹੈ ਜਿਹੜਾ, ਉਹਦੇ ਵਿੱਚ ਕੋਈ ਮਤਲਬ ਮੇਰੇ ਖਿਆਲ ਪਾਵਰਕਾਮ ਦਾ ਰੈਸਟ ਹਾਊਸ ਹੈ ਜੀ, ਉੱਥੇ ਉਹਨਾਂ ਨੇ ਬਾਦਲ ਸਾਹਿਬ ਨੂੰ ਬੁਲਾਇਆ। ਪਹਿਲਾਂ ਤਾਂ ਬਾਦਲ ਸਾਹਿਬ ਦਾ ਆ ਗਿਆ ਸੀਗਾ ਜੀ ਅਕਾਲੀ ਦਲ ਤਾਂ ਪੂਰਾ ਸਹਿਯੋਗ ਕਰੂਗਾ, ਅਸੀਂ ਜਾਵਾਂਗੇ। ਪਰ ਹੁਣੇ ਮੈਨੂੰ ਲੱਗਿਆ ਪਤਾ, ਉਹਨਾਂ ਦਾ ਦਲਜੀਤ ਸਿੰਘ ਚੀਮਾ ਦਾ ਬਿਆਨ ਆ ਗਿਆ ਜੀ ਕਿ ਬਾਦਲ ਸਾਹਿਬ ਦੀ ਸਿਹਤ ਢਿੱਲੀ ਹੈ ਜੀ। ਬਠਿੰਡੇ ਵੀ ਏਮਸ ਦੇ ਵਿੱਚ ਉਹ ਪਿਛਲੇ ਦਿਨਾਂ ਦੇ ਵਿੱਚ 1-2 ਵਾਰੀ ਚੈੱਕ ਕਰਵਾ ਕੇ ਗਏ ਹੈ ਅਤੇ ਇਸ ਵੇਲੇ ਉਹ ਆਪਣੇ MLA ਫਲੈਟ ਦੇ ਵਿੱਚ ਬੈਠੇ ਹੈ, ਉੱਥੇ ਆਰਾਮ ਕਰਦੇ। ਡਾਕਟਰ ਨੇ ਕਿਹਾ ਆਰਾਮ ਕਰੋ, ਅਤੇ ਜਦੋਂ ਉਹਨਾਂ ਦੀ ਸਿਹਤ ਠੀਕ ਹੋ ਗਈ ਅਤੇ ਉਦੋਂ ਉਹ ਤੁਹਾਨੂੰ ਦੱਸ ਦੇਣਗੇ। ਵੈਸੇ ਵੀ ਮੇਰਾ ਖਿਆਲ ਹੈ ਵੀ ਭਾਵੇਂ ਉਹਨਾਂ ਨੇ ਸਮਨ ਕੱਢਤਾ ਹੈ, ਬੁਲਾਇਆ ਬਾਦਲ ਸਾਹਿਬ ਨੂੰ, ਪਰ ਨਿਯਮ ਇਹ ਹੈ ਕਿ ਜਿਸ ਬੰਦੇ ਦੀ ਉਮਰ 65 ਸਾਲ ਤੋਂ ਉੱਪਰ ਹੈ ਉਹਦੇ ਘਰੇ ਜਾ ਕੇ ਉਹਨੂੰ ਮਤਲਬ ਤੁਸੀਂ ਥਾਣੇ ਨਹੀਂ ਬੁਲਾ ਸਕਦੇ, ਕਿਸੇ ਹੋਰ ਥਾਣੇ ਬੁਲਾ ਕੇ ਤੁਹਾਨੂੰ ਉਹਦੇ ਘਰ ਜਾ ਕੇ ਜਿਹੜੀ ਹੈਗੀ ਹੈ ਉਹਦੀ ਸਟੇਟਮੈਂਟ ਰਿਕਾਰਡ ਕਰਨੀ ਹੈ, ਪੁੱਛਗਿੱਛ ਕਰਨੀ ਪੈਣੀ ਹੈ। ਹੋ ਸਕਦਾ ਵੀ ਇਹ ਗੱਲ ਵੀ ਉਹ SIT ਵਾਲੇ ਕਹਿ ਦੇਣ ਜੀ ਅਸੀਂ ਆ ਜਾਂਦੇ ਤੇ ਗੱਲ ਕਰ ਲੈਂਦੇ। ਹੁਣ ਜਿੱਥੇ ਆ ਕੇ ਪੇ ਚੜ੍ਹਦਾ ਜੀ, ਕਿਉਂਕਿ ਸਾਰੀਆਂ ਗੱਲਾਂ ਬਾਤਾਂ ਹੋ ਗਈਆਂ, ਉਹਨੂੰ ਕਹਿੰਦੇ ਵੀ ਗੱਲ ਇਹ ਹੈ ਕਿ ਜਿਹੜਾ ਜੋ ਕੁਛ ਹੋਇਆ ਉੱਥੇ 14 ਅਕਤੂਬਰ ਨੂੰ ਜੀ, 14 ਅਕਤੂਬਰ 2015 ਨੂੰ ਜਿਹੜਾ ਕੁਛ ਹੋਇਆ ਕੋਟਕਪੂਰੇ, ਕੀ ਉਹਦੀ ਲੋੜ ਸੀ ਜਾਂ ਕਿਹਦੇ ਹੁਕਮ ਤੇ ਹੋਇਆ? ਕਿਹਦੇ ਹੁਕਮ ਤੇ? ਵੱਡੀ ਗੱਲ ਇਹ ਹੈ ਕਿ 14 ਅਕਤੂਬਰ ਨੂੰ ਜਿਹੜੇ ਲੋਕ ਗਏ ਆ ਉਹ ਅਸਲ ਦੇ ਵਿੱਚ ਗਏ ਤਾਂ ਅਸੀਂ 12 ਨੂੰ 12 ਅਕਤੂਬਰ ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅੰਗ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਖਿਲਰੇ ਦੇਖੇ, ਉਹਨਾਂ ਨੇ ਚੁੱਕੇ ਸਿੱਖ ਪ੍ਰਚਾਰਕਾਂ ਦੇ ਅਗਵਾਈ ਦੇ ਥੱਲੇ ਲੋਕ ਚਲੇ ਗਏ, ਉਹਨਾਂ ਨੇ ਜਾ ਕੇ ਧਰਨਾ ਮਾਰਤਾ। 12 ਟੱਪ ਗਈ, 13 ਦੀ ਰਾਤ ਕੱਟੀ ਅਤੇ 13 ਦੇ ਦਿਨ 'ਚ ਕੁਛ ਨਾ ਕੁਛ ਹੋਣਾ ਸ਼ੁਰੂ ਹੋ ਗਿਆ। 14 ਨੂੰ ਤੜਕੇ ਵੱਡੇ ਤੜਕੇ ਉਹਨਾਂ ਦੇ ਉੱਤੇ ਜਿਹੜੀ ਹੈ ਤਾਕਤ ਦੀ ਵਰਤੋਂ ਕੀਤੀ ਜਾਂਦੀ। ਉਹ ਤਾਕਤ ਦੀ ਵਰਤੋਂ ਕਿਵੇਂ ਹੋਈ ਜੀ? ਉਹਦੀ ਪੜਤਾਲ ਜਿਹੜੀ ਹੁਣ ਜਿਹੜੀਆਂ ਕੁੰਡੀਆਂ ਖੁੱਲ੍ਹਦੀਆਂ ਕਿ ਹੈ ਤਾਂ ਕਮਰ ਵਿਜੇ ਪ੍ਰਤਾਪ ਸਿੰਘ ਨੇ ਸੀ ਜੀ ਵੀ ਵੱਡੇ ਪਰਿਵਾਰ ਵੱਲ ਜਾਂਦੀ ਹੈ, ਪੈੜ ਜਾਂਦੀ ਹੈ, ਲੇਕਿਨ ਉਹਨਾਂ ਨੇ ਸਾਰੀ ਤਫਤੀਸ਼ ਕਰ ਲਈ ਤੇ ਜਿਮਨੀ ਕੋਈ ਵੀ ਨਹੀਂ ਲਿਖੀ ਜਿਹਦੇ ਵਿੱਚ ਇਹ ਲਿਖਿਆ ਹੋਵੇ ਕਿ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਇਹਨਾਂ 'ਚ ਕੋਈ ਦੋਸ਼ੀ ਹੈ। ਜਿਮਨੀ ਜਿੰਨੀ ਦੇਰ ਨਹੀਂ ਲਿਖੀ ਜਾਂਦੀ ਉਹਨੂੰ ਤੁਸੀਂ ਨਾਮਜ਼ਦ ਨਹੀਂ ਕੀਤੇ ਇਹਦਾ ਚਲਾਨ ਭਾਵੇਂ ਮਗਰੋਂ ਪੈਦਾ ਹੋ ਜਾਏ, ਉਹ ਤਾਂ ਜਿਮਨੀ ਵੀ ਲਿਖੀ। ਜਿਮਨੀ ਦੇ ਵਿੱਚ ਜੇ ਤੁਸੀਂ ਜਿਮਨੀ ਲਿਖੋਗੇ ਤਾਂ ਉਹਨੂੰ ਅਸੀਂ FIR ਦਾ ਹਿੱਸਾ ਮੰਨਦੇ ਹਾਂ, ਉਹ ਐਵੇਂ FIR ਨਹੀਂ ਹੁੰਦੀ। ਉਹਨਾਂ ਨੇ ਉਹ ਗੱਲ ਨਹੀਂ ਸੀ ਕੀਤੀ। ਇਸ ਕਮੇਟੀ ਨੇ ਹੁਣ ਜਿਹੜਾ ਕੁਛ ਲੱਭਿਆ ਉਹਦੇ ਵਿੱਚ ਇਹ ਗੱਲ ਆ ਗਈ ਕਿ ਮਨਤਾਰ ਸਿੰਘ ਬਰਾੜ ਦੀ ਵੀ ਪੁੱਛਗਿੱਛ ਕੀਤੀ ਹੈ ਜੀ। ਮਨਤਾਰ ਸਿੰਘ ਬਰਾੜ ਦਾ ਜਿਹੜਾ ਰਿਕਾਰਡ ਮਿਲਦਾ ਉਹ ਕਹਿੰਦੇ 157 ਕਾਲਾਂ ਕੀਤੀਆਂ ਉਹਦੇ ਘਰੋਂ 157 ਕਾਲਾਂ ਕੀਤੀਆਂ। ਤੇ ਮਨਤਾਰ ਸਿੰਘ ਬਰਾੜ ਦਾ ਇਹ ਕਹਿਣਾ ਹੈ ਕਿ DC ਤੇ ਵੱਡੇ ਅਫਸਰ ਮੇਰੇ ਘਰੇ ਆ ਗਏ ਰਾਤ ਨੂੰ 13 ਤਾਰੀਖ ਦੀ ਰਾਤ ਨੂੰ ਜਾਂ 14 ਨੂੰ ਤੜਕੇ ਵੀ 12-1 ਵਜੇ 1 ਵਜੇ ਦੇ ਕਰੀਬ ਆ ਗਏ ਜੀ। ਮੈਨੂੰ ਉਹ ਕਹਿੰਦੇ ਵੀ ਅਸੀਂ ਚੀਫ ਮਿਨਿਸਟਰ ਨਾਲ ਗੱਲ ਕਰਨੀ ਹੈ, CM ਹਾਊਸ ਦੇ ਵਿੱਚ ਸਾਡੇ ਕੋਈ ਟੈਲੀਫੋਨ ਨੂੰ ਅਟੈਂਡ ਨਹੀਂ ਕਰ ਰਿਹਾ, ਤੁਸੀਂ ਗੱਲ ਕਰੋ ਜੀ। ਉਹ ਕਹਿੰਦਾ ਮੈਂ ਆਪਣੇ ਘਰੋਂ ਗੱਲ ਕੀਤੀ, ਜਿਹੜੇ ਹੈਗੇ ਆ ਗਗਨਦੀਪ ਸਿੰਘ ਬਰਾੜ ਉਹਨਾਂ ਨਾਲ ਜਿਹੜੇ ਉਹਨਾਂ ਦੇ ਬਾਦਲ ਸਾਹਿਬ ਦੇ ਪ੍ਰਿੰਸੀਪਲ ਸੈਕਟਰੀ ਸੀ ਜਾਂ ਐਡੀਸ਼ਨਲ ਪ੍ਰਿੰਸੀਪਲ ਸੈਕਟਰੀ ਸੀ, ਉਹਨਾਂ ਨਾਲ ਗੱਲ ਕਰਾ ਕੇ ਤੇ ਮੈਂ ਅੱਗੇ ਗੱਲ ਕਰਵਾਈ ਆ। ਉਹ ਵੀ ਟੈਲੀਫੋਨ ਕਰਦੇ ਰਹੇ ਤੇ ਉਧਰੋਂ ਦੋਨਾਂ ਪਾਸਿਆਂ ਜਿਹੜੀ 157 ਕਾਲਾਂ ਹੁੰਦੀਆਂ 157 ਕਾਲਾਂ ਤੋਂ ਬਾਅਦ ਉਹ ਕਹਿੰਦੇ ਵੀ ਹੋਇਆ ਕੀ ਜੀ? ਕਹਿੰਦੇ ਬਾਦਲ ਸਾਹਿਬ ਨੇ ਇਹ ਗੱਲ ਕਹਿਤੀ ਸੀ ਵੀ ਭਾਈ ਆਪਾਂ ਧੱਕਾ ਨਹੀਂ ਕਰਨਾ, ਆਪਾਂ ਗੱਲਬਾਤ ਕਰਕੇ ਇਸ ਮਾਮਲੇ ਨੂੰ ਨਿਬੇੜ ਦਿਓ, ਜੇ ਧਰਨਾ ਲੱਗਿਆ ਇਹਨਾਂ ਨੂੰ ਉਠਾ ਦਿਓ ਜੀ। ਜੇ ਬਾਦਲ ਸਾਹਿਬ ਨੇ ਇਹ ਕਹਿਤਾ ਸੀ ਵੀ ਧੱਕਾ ਨਹੀਂ ਕਰਨਾ ਤੇ ਫਿਰ ਕਿਹਦੇ ਹੁਕਮ? ਨਹੀਂ, ਹੁਣ ਅੱਗੇ ਸਵਾਲ ਇਹ ਪੈਦਾ ਹੁੰਦਾ ਹੈ ਕਿ SSP ਕੌਣ ਹੈ ਜੀ ਉੱਥੇ ਦਾ? ਮਾਨ ਸੁਖਵਿੰਦਰ ਸਿੰਘ ਜੀ। DIG ਕੌਣ ਹੈ ਜੀ? ਅਮਰ ਸਿੰਘ ਚਾਹਲ। ਤੇ IG ਕੌਣ ਸੀ ਉਸ ਵੇਲੇ? ਜਤਿੰਦਰ ਕੁਮਾਰ ਜੈਨ। ਇਹਨਾਂ ਤਿੰਨਾਂ ਬੰਦਿਆਂ ਦੀ ਕੋਈ ਗੱਲਬਾਤ ਨਹੀਂ। ਉਹ ਕਹਿੰਦੇ ਇਨਵੋਲਵਮੈਂਟ ਹੀ ਹੈ ਨਹੀਂ। ਇਨਵੋਲਵਮੈਂਟ ਹੈਗੀ ਥੋੜੀ ਜਿਹੀ ਪਰ ਉਹ ਨਹੀਂ। ਬਠਿੰਡੇ ਦਾ DIG ਹੁੰਦਾ ਸੀ ਮਿਸਟਰ ਖੱਟੜਾ, ਉਹ ਵੀ ਸੀ, ਸਾਰੇ ਬੰਦੇ ਉੱਥੇ ਮੌਕੇ ਤੇ ਸੀ। ਇਹਨਾਂ ਨੇ 12 ਤਾਰੀਖ ਨੂੰ ਵੀ ਗੱਲਬਾਤ ਕੀਤੀ ਉਹਨਾਂ ਨਾਲ, 13 ਨੂੰ ਵੀ ਕੀਤੀ। 12 ਤਾਰੀਖ ਨੂੰ ਵੀ 13 ਤਾਰੀਖ ਨੂੰ ਇਹਨਾਂ ਨੇ ਉਹਨਾਂ ਨੂੰ ਜਿਹੜਾ ਹੈਗਾ ਜਿਹੜੇ ਖਾਲਸੇ ਸੀ ਸਿੱਖ ਪੰਥ ਵਾਲੇ ਉਹਨਾਂ ਨੂੰ ਉਠਾ ਲਿਆ ਸੀ, ਉਹਨਾਂ ਨਾਲ ਗੱਲ ਕਰ ਲਈ ਸੀ ਵੀ ਕੋਈ ਨਹੀਂ ਤੁਸੀਂ ਜਾਂਦੇ ਰਹੋ, ਅਸੀਂ ਕਾਰਵਾਈ ਕਰ ਲਾਂਗੇ। ਉਹ ਕਹਿੰਦੇ ਸਾਨੂੰ ਗ੍ਰਿਫਤਾਰ ਕਰ ਲਓ, ਕਹਿੰਦੇ ਕਰ ਲਿਆ। ਗੱਡੀਆਂ 'ਚ ਬਹਾ ਲਿਆ ਉਹਨਾਂ ਨੂੰ, ਬੱਸਾਂ 'ਚ ਬਹਾ ਕੇ ਗ੍ਰਿਫਤਾਰ ਕਰਕੇ ਕਿਸੇ ਥਾਣੇ 'ਚ ਲਿਜਾਣ ਦੀ ਬਜਾਏ ਜਾਂ ਜੇਲ੍ਹ 'ਚ ਭੇਜਣ ਦੀ ਬਜਾਏ ਉਹਨਾਂ ਨੂੰ ਜਾ ਕੇ ਦੂਰ ਛੱਡਤਾ। 13 ਨੂੰ ਫਿਰ ਮੁੜ ਕੇ ਆ ਗਏ, ਕਹਿੰਦੇ ਜੀ ਤਾਂ ਸਾਨੂੰ ਛੱਡਿਆ। ਉਹ ਦੁਬਾਰਾ ਫਿਰ ਬਹਿ ਗਏ ਜੀ। ਹੁਣ ਜੇ ਦੁਬਾਰਾ ਬਹਿ ਗਏ ਤੇ ਬਿਠਾਉਣ ਵਾਸਤੇ ਫਿਰ ਉਹਨਾਂ ਨੂੰ ਉਠਾਉਣ ਵਾਸਤੇ ਕੌਣ ਆਉਂਦੇ? ਕਹਿੰਦੇ ਜੀ ਪਰਮਰਾਜ ਸਿੰਘ ਉਮਰਾ ਨੰਗਲ ਜੀ। ਪਰਮਰਾਜ ਸਿੰਘ ਉਮਰਾ ਨੰਗਲ ਆ ਗਿਆ ਤੇ ਪਰਮਰਾਜ ਸਿੰਘ ਉਮਰਾ ਨੰਗਲ ਨੇ ਆ ਕੇ SSP ਫਰੀਦਕੋਟ ਤੋਂ ਕੋਈ ਕੰਮ ਨਹੀਂ ਲਿਆ। ਉਹਨੇ SSP ਮੋਗਾ ਸ਼ਰਮਾ ਨੂੰ ਕਹਿੰਦਾ ਆ ਜਾ,
ਉਹ ਕਹਿੰਦਾ ਜੀ ਫੋਰਸ ਵੀ ਮੈਂ ਲੁਧਿਆਣੇ ਤੋਂ ਨਾਲ ਲੈ ਕੇ ਆਇਆ। ਆ ਜਾ ਫੋਰਸ ਵੀ ਬੱਸਾਂ ਨਾਲ ਉੱਥੋਂ ਹੀ ਲੈ ਭਰ ਕੇ ਲਿਆ ਮੈਂ ਨਾਲ। ਫੋਰਸ ਵੀ ਨਾਲ ਲੈ ਆਇਆ, ਅਫਸਰ ਵੀ ਉੱਥੋਂ ਲੈ ਆਇਆ, ਚਰਨਜੀਤ ਸ਼ਰਮੇ ਨੂੰ ਲੈ ਆਂਦਾ। IG ਜਿਹੜਾ ਹੈਗਾ ਪਰਮਰਾਜ ਸਿੰਘ ਉਮਰਾਨਗਲ PPS ਤੋਂ ਬਣਿਆ ਬਾਈ, DSP ਤੋਂ ਬਣਿਆ। ਜਤਿੰਦਰ ਕੁਮਾਰ ਜੈਨ ਨਾਲੇ DSP ਵੀ ਆਪਦੇ ਪਿਓ ਵਾਲੇ ਕੋਟੇ ਚਲੋ ਚੋਂ ਜੋ ਮਰਗਾ ਬਣਿਆ। ਜਿਹੜਾ ਜਤਿੰਦਰ ਕੁਮਾਰ ਜੈਨ IG ਬਠਿੰਡਾ ਸੀ ਉਸ ਚੋਣ ਦਾ, ਬਠਿੰਡਾ ਚੋਣ ਦਾ ਉਸ ਵੇਲੇ, ਉਹ IPS ਦਾ ਡਾਇਰੈਕਟ। ਉਹਨੂੰ ਵੀ ਇਗਨੋਰ ਕਰਦਾ, ਸਾਰਿਆਂ ਨੂੰ ਇਗਨੋਰ ਕਰਤਾ। ਸਾਰਿਆਂ ਨੂੰ ਇਗਨੋਰ ਕਰਨ ਤੋਂ ਬਾਅਦ ਫਿਰ ਉੱਥੇ ਜੋ ਕੁਝ ਹੋਇਆ ਆਪਾਂ ਨੂੰ ਪਤਾ ਹੀ ਹੈ ਜੀ। ਉੱਥੇ ਬੇਲੋੜੀ ਜਿਹੜੀ ਹੈ ਗੋਲੀ ਚਲਾਈ ਵੀ, ਬੇਲੋੜਾ ਲੋਕਾਂ ਤੇ ਤਸ਼ੱਦਦ ਕੀਤਾ ਗਿਆ। ਚਲੋ ਉਹ ਤਸ਼ੱਦਦ ਵੀ ਕੋਈ ਬਹੁਤਾ ਨਹੀਂ। ਉਹ ਤੋਂ ਬਾਅਦ ਫਿਰ ਜਿਹੜਾ ਬਾਈਬਲ ਕੀਤਾ ਗਿਆ, ਬਾਈਬਲ ਕਹਿੰਦੇ ਜੀ ਸੜਕ ਰੋਕੀ ਹੋਈ ਸੀ ਲੋਕਾਂ ਨੇ, ਉਹ ਤਾਂ ਲਿੰਕ ਰੋਡ ਤੇ ਬੈਠੇ ਸੀ। ਉਹਦਾ ਪਾਸੇ ਉੱਥੇ 2 ਬੰਦੇ ਮਰ ਗਏ। ਉੱਥੇ ਕੀ ਲੈਣਗੇ ਤੁਸੀਂ? ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪਰਮਰਾਜ ਉਮਰਾਨਗਲ ਦੀ ਰਿਕਾਰਡ ਦੇ ਵਿੱਚ ਕਿਸੇ ਨੇ ਡਿਊਟੀ ਨਹੀਂ ਲਾਈ। ਜੇ ਉਹਨੂੰ 2 ਨੰਬਰ 'ਚ ਭੇਜਿਆ ਤਾਂ ਕਿਹਦੇ ਹੁਕਮ ਤੇ ਆਇਆ? ਰਵਾਨਗੀ ਨਹੀਂ ਹੋ ਰਹੀ। ਰਵਾਨਗੀ ਤਾਂ ਚਲੋ ਵੱਡੇ ਅਫਸਰਾਂ ਦੀ ਨਹੀਂ ਹੁੰਦੀ, ਨਹੀਂ ਤਾਂ ਉੱਥੋਂ ਕਹਿੰਦੇ ਕਿ ਆਹ ਬੰਦੇ ਨੂੰ ਡਿਪਿਊਟ ਕੀਤਾ ਜਾਂਦਾ। ਉਹ ਡਿਪਿਊਟ ਕਰਨ ਦਾ ਕੋਈ ਰਿਕਾਰਡ ਹੈ ਨਹੀਂਗਾ। ਜਿਹੜੇ ਉਹਨੇ ਬੁਲਾਏ ਆ ਉਹਨਾਂ ਦਾ ਕੋਈ ਰਿਕਾਰਡ ਹੈ ਨਹੀਂਗਾ। ਹੁਣ ਇਹ ਹੈ ਕਿ ਜੇ ਪਰਮਰਾਜ ਸਿੰਘ ਉਮਰਾਨਗਲ ਆਪਦੀ ਆਪ ਤਾਂ ਆਉਂਦਾ ਨਹੀਂ, ਉਹਨੂੰ ਤਾਂ ਫਿਰ ਵੇਲੇ ਦੇ DGP ਨੇ ਕਿਹਾ ਬਿਲਕੁਲ ਜੀ, ਫੋਨ ਤੇ ਹੋ ਗਈ ਫਿਰ ਕਾਲ। ਕੀ DGP ਨਾ ਫਿਰ DGP ਦੇ ਨਾਲ ਉਹਦੇ ਲਿੰਕ, ਉਹ DGP ਨਾਲ ਲਗਾਤਾਰ ਟੈਲੀਫੋਨ ਤੇ ਗੱਲ ਕਰਦਾ ਜੀ। DGP ਨੇ ਆਪਣੇ ਲੈਵਲ ਤੇ ਕਿਹਾ। ਜੇ ਉਹਨੇ DGP ਨੇ ਆਪਣੇ ਲੈਵਲ ਤੇ ਕਿਹਾ ਸੀ ਇਹ ਕੁਝ ਕਰ ਦਿਓ, ਤਾਂ ਫਿਰ ਇਹ ਸਾਰਾ ਵਰਤਾਰਾ ਵਾਪਰਨ ਤੋਂ ਬਾਅਦ ਜੀ DGP ਦੇ ਖਿਲਾਫ ਸਰਕਾਰ ਨੇ ਕਾਰਵਾਈ ਕਿਉਂ ਨਹੀਂ ਕੀਤੀ? ਇਹ ਵੀ ਤਾਂ ਇੱਕ ਗੱਲ ਬਣਦੀ ਹੈ। ਸਰਕਾਰ ਤਾਂ ਉਹਨਾਂ ਦੀ ਸੀ ਨਾ, ਉਹਨਾਂ ਦੀ ਸੀ, ਕਿਸੇ ਤੇ ਨਹੀਂ ਕੀਤੀ। ਹਾਂ ਉਹਨਾਂ ਨੇ ਉਹ ਤਾਂ ਅਣਪਛਾਤੀ ਬਣਾਤੀ ਸੀ, ਜਵਾਬ ਤਲਬ ਨਹੀਂ ਕੀਤੀ ਵੀ ਭਾਈ ਇਹ ਕਿਵੇਂ ਹੋ ਗਿਆ। ਹੁਣ ਉਹ ਸਵਾਲ ਇਹ ਹੈ, ਜਿਹੜੀ ਇਹ SIT ਯਾਦਵ ਸਾਹਿਬ ਵਾਲੀ SIT ਹੈ, ਇਹ SIT ਇਹ ਪਤਾ ਕਰ ਰਹੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਣਾ ਕਿ ਤੁਹਾਡੇ ਨਾਲ ਟੈਲੀਫੋਨ ਤੇ ਗੱਲਾਂ ਹੁੰਦੀਆਂ। ਹੁਣ ਤੁਸੀਂ ਦੱਸੋ, ਜੇ ਤੁਸੀਂ ਕਿਹਾ ਸੀ ਸ਼ਾਂਤੀ ਨਾਲ ਗੱਲ ਕਰਨੀ ਹੈ, ਤੇ ਫਿਰ ਸ਼ਾਂਤੀ ਨਾਲ ਕਿਉਂ ਨਹੀਂ ਹੋਈ ਜੀ? ਇਹ ਆਪਸੀ ਗੱਲ ਕਿਉਂ ਨਹੀਂ? ਇਹ ਮਾਮਲਾ ਇੱਥੇ ਕੁੰਡੀ ਫਸੀ ਹੋਈ ਹੈ। ਇਹਨੂੰ ਕੁੰਡੀ ਨੂੰ ਖੋਲ੍ਹਣ ਵਾਸਤੇ 90-95 ਸਾਲ ਦੀ ਉਮਰ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ। ਮੈਂ ਨਹੀਂ ਵੈਸੇ ਇਸ ਗੱਲ ਦੇ ਹੱਕ 'ਚ ਕਿ ਇਸ ਉਮਰ ਦੇ ਵਿੱਚ ਬੰਦੇ ਨੂੰ ਬੁਲਾਇਆ ਜਾਵੇ, ਥਾਣੇ ਸੱਦਿਆ ਜਾਵੇ, ਉਹਦੇ ਨਾਲ ਗੱਲਬਾਤ ਕੀਤੀ ਜਾਵੇ। ਪਰ ਹੁਣ ਗੱਲ ਹੈ ਕਿ ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਹੈ। ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਹੈ, ਬੇਅਦਬੀ ਵਾਲਾ ਕੇਸ ਅਲੱਗ ਹੈ, ਉਹਦਾ CBI ਨੂੰ ਭੇਜਦੇ ਸੀ। ਬਿਲਕੁਲ ਜੀ। ਇਹ ਬੇਅਦਬੀ ਤੋਂ ਬਾਅਦ ਜਿਹੜੀਆਂ ਘਟਨਾਵਾਂ ਵਾਪਰੀਆਂ ਪ੍ਰੋਟੈਸਟ ਵਾਲਿਆਂ ਦੇ, ਜਿਹੜੇ ਉਹਨੇ ਦੇ ਉੱਤੇ ਡਾਂਗ ਚਲਾਈ ਵੀ ਹੈ, ਉਹਦੀ ਹੁਣ ਪੜਤਾਲ ਕਰਨੀ ਵੀ ਤਾਂ ਜ਼ਰੂਰੀ ਹੈ। ਕੜੀਆਂ ਨਾਲ ਕੜੀਆਂ ਜੁੜਦੀਆਂ। ਸੋ ਉਹ ਕੜੀਆਂ ਜੋੜਨ ਵਾਸਤੇ ਹੁਣ ਇਹ ਕਰ ਰਹੇ ਜੀ ਜਾਂਚ। ਜੀ ਜੀ। ਤੇ ਢਿੱਲੋਂ ਸਾਹਿਬ, ਫਿਰ ਕਾਂਗਰਸ ਦਾ ਰੇੜਕਾ ਕਿੱਥੇ ਕਰੇ ਤੁਰਿਆ ਫਿਰਦਾ? ਦੇਖੋ 5 ਦਿਨ ਪਹਿਲਾਂ ਲਗਾਤਾਰ ਪੁੱਛਗਿੱਛ ਕੀਤੀ, ਫਿਰ 1-2 ਦਿਨ ਆਲੇ ਜਿਹੜੇ ਹੈਗੇ ਆਨੇ ਬਹਾਨੇ ਮੇਰੇ ਵਰਗੇ ਗੇੜੇ ਫਿਰ ਵੀ ਮਾਰਦੇ ਰਹੇ। ਫਿਰ ਉਹਨਾਂ ਨੇ 2 ਦਿਨ ਆਪਸ ਵਿੱਚ ਵਿਚਾਰ ਵਟਾਂਦਰਾ ਕੀਤਾ। 3 ਮੈਂਬਰੀ ਟੀਮ ਨੇ, 3 ਮੈਂਬਰੀ ਟੀਮ ਦਾ ਮੁਖੀ ਤਾਂ ਖੜ ਗਏ ਸੀ, ਮਲਕ ਅਰਜੁਨ ਖੜ ਗਏ, ਉਹਦੇ ਵਿੱਚ ਆਪਣੇ ਹਰੀਸ਼ ਰਾਵਤ ਵੀ ਜੀ ਪੰਜਾਬ ਦੇ ਇੰਚਾਰਜ ਹੈ, ਤੇ JP ਅਗਰਵਾਲ ਦਿੱਲੀ ਦੇ ਸਾਬਕਾ MP ਉਹ ਵੀ ਸੀ ਜੀ। ਆਪਸ ਵਿੱਚ ਕਰਨ ਤੋਂ ਬਾਅਦ ਜੀ ਉਹਨਾਂ ਨੇ ਆਪਣੀ ਰਿਪੋਰਟ ਹੈ ਜਿਹੜੀ ਉਹ ਚੱਕ ਕੇ ਫੜਾਤੀ ਸੋਨੀਆ ਗਾਂਧੀ ਨੂੰ। ਆ ਬਈ ਆ ਲਓ ਜੀ, ਆ ਸਾਰਾ ਕੁਛ ਹੈ ਸਾਡੇ ਕੋਲੇ। ਸੋਨੀਆ ਗਾਂਧੀ ਨੂੰ ਉਹਨਾਂ ਨੇ ਆਪਣੀ ਰਿਪੋਰਟ ਫੜਾਤੀ, ਤੇ ਉਹ ਰਿਪੋਰਟ ਸੋਨੀਆ ਗਾਂਧੀ ਦੇ ਹਾਲੇ ਕੋਲੇ ਪਈ ਹੈ, ਤੇ ਉਹਨੇ ਕੋਈ ਕਾਰਵਾਈ ਨਹੀਂ ਕੀਤੀ। ਲੇਕਿਨ ਇਹਦੇ ਤੇ ਹੁਣ ਜਿਹੜੀ ਹੈਗੀ ਹੈ, ਇਸ ਮਾਮਲੇ ਨੂੰ ਲਿਆ ਆਪਣੇ ਹੱਥ ਰਾਹੁਲ ਗਾਂਧੀ ਦੀ ਜੀ। ਤੇ ਰਾਹੁਲ ਗਾਂਧੀ ਨੇ ਆਪਣੇ ਹੱਥ ਉਦੋਂ ਲਿਆ ਜਦੋਂ ਪੰਜਾਬ ਦੇ ਵਿੱਚ ਅਕਾਲੀ ਦਲ ਤੇ BSP ਦਾ ਸਮਝੌਤਾ ਹੋ ਗਿਆ। ਇਹ ਚੀਜ਼ ਵੀ ਉਹਨਾਂ ਦੇ ਉੱਤੇ ਇੱਕ ਪ੍ਰੈਸ਼ਰ ਦਾ ਦਬਾਅ ਹੈ ਕਿ 2 ਪਾਰਟੀਆਂ ਤਾਂ ਇਕੱਠੀਆਂ ਹੋ ਗਈਆਂ ਨਾ। ਤੀਜੇ ਦਾਤੀ ਦੂਤੀ ਵਾਲੇ ਨਾਲ ਆਉਣ ਨੂੰ ਤੇ ਫਿਰਦੇ ਨੇ, ਕਹਿੰਦੇ ਅਖਬਾਰਾਂ 'ਚ ਕਾਫੀ ਚਰਚਾ। ਨਹੀਂ, ਉਹ ਨਹੀਂ ਨਾਲ ਜੇ ਆਉਣ ਨੂੰ ਫਿਰਦੇ। ਤਾਂ ਵੈਸੇ ਨਾ ਕਿ ਅਖਬਾਰਾਂ ਵਾਲੇ ਵੀ ਮਾਂ ਦੇ ਪੁੱਤ ਚੱਕਦੇ ਆ ਫੱਟੇ, ਤੇ ਲੀਡਰ ਵੀ ਚੱਕਦੇ ਜੀ। ਇਹ ਅਕਾਲੀ ਦਲ ਵਾਲਿਆਂ ਨੇ ਦਾਅਵਾ ਕੀਤਾ ਸੀ। ਅੱਛਾ ਜੀ। ਜਿਹਦੇ ਸਮਝੌਤਾ ਹੋਇਆ BSP ਨਾਲ, ਸਮਝੌਤਾ ਤਾਂ ਬਹੁਤ ਪਹਿਲਾਂ ਹੀ ਹੋ ਗਿਆ ਸੀ, ਅਖਬਾਰਾਂ 'ਚ ਖਬਰਾਂ ਆਉਂਦੀਆਂ ਰਹੀਆਂ। ਇਹ ਕੀ ਹੋਇਆ? ਜਿਹਦੇ ਐਲਾਨ ਹੋਏ ਜੀ, ਐਲਾਨ ਹੋਣ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਡੇ ਕੋਲ 97 ਸੀਟਾਂ ਨਹੀਂ, ਅਸੀਂ ਤਾਂ 94 ਸੀਟਾਂ ਤੇ ਚੋਣਾਂ ਲੜਾਂਗੇ ਜੀ। 3 ਸੀਟਾਂ ਅਸੀਂ ਆਪਣੇ ਹੋਰ ਭਾਈਵਾਲ ਹੈ ਉਹਨਾਂ ਨੂੰ ਦੇਵਾਂਗੇ। ਜਦੋਂ ਉਹਨਾਂ ਨੇ ਕਿਹਾ, ਤੇ ਫਿਰ ਮੀਡੀਆ ਵਾਲੇ ਹੋ ਗਏ ਸਿਕੰਦਰ ਸਿੰਘ ਮਲੂਕਾ ਦੇ ਨੇੜੇ। ਉਹਨਾਂ ਨੇ ਮਲੂਕਾ ਸਾਹਿਬ ਨੂੰ ਪੁੱਛਿਆ, ਤੇ ਮਲੂਕਾ ਸਾਹਿਬ ਕਹਿੰਦੇ ਵੀ ਸਾਡੀ ਗੱਲਬਾਤ ਖੱਬੇ ਪੱਖੀਆਂ ਨਾਲ ਵੀ ਚੱਲਦੀ। ਹੁਣ ਇਸ ਵੇਲੇ ਦੀ ਹਾਲਤ ਜਿਹੜੀ ਹੈ ਨਾ, ਦਾਨੇ ਵਾਲੀਆ ਸਾਹਿਬ, ਅਖਬਾਰਾਂ ਦੇ ਵਿੱਚ ਜਿਵੇਂ ਆਪਾਂ ਕਈ ਵਾਰੀ ਟੈਲੀਫੋਨ ਕਰ ਲੈਣੇ ਕਿਸੇ ਲੀਡਰ ਨੂੰ, ਕਹਿੰਦਾ ਆਹੋ ਭਈਆ ਕਰ ਲੈਂਦਾ। ਅਖਬਾਰਾਂ ਜਿਵੇਂ ਜਿਹਦੀ ਸੋਚ ਹੁੰਦੀ ਹੈ ਉਹਦੇ ਮੁਤਾਬਕ ਉਹ ਆਪਦੇ ਅਰਥ ਕੱਢੀ ਜਾਂਦੀ ਹੈ। ਮੈਂ ਬਹੁਤ ਲੰਬਾ ਸਮਾਂ ਇਸ ਪਾਰਟੀ ਨਾਲ ਜੁੜਿਆ ਰਿਹਾ, ਮੈਨੂੰ ਇਸ ਪਾਰਟੀ ਦੀ ਵਰਕਿੰਗ ਦਾ ਪਤਾ ਹੈ ਜੀ। ਇਸ ਵੇਲੇ ਦੀ ਸਥਿਤੀ ਹੈ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਹੈਗੀ ਸ਼ਮੂਲੀਅਤ ਖੱਬੀਆਂ ਪਾਰਟੀਆਂ ਦੀ, ਜਿੰਨੀਆਂ ਵੀ ਖੱਬੀਆਂ ਧਿਰਾਂ ਪੰਜਾਬ ਦੀਆਂ, ਉਹ ਸਾਰੀਆਂ ਦੀਆਂ ਸਾਰੀਆਂ ਕਿਸਾਨ ਅੰਦੋਲਨ ਦੇ ਨਾਲ ਇਨਵੋਲਵ ਹੈ, ਜੁੜੀਆਂ ਹੋਈਆਂ। ਉਹਨਾਂ ਦੇ ਵੱਡੇ ਵੱਡੇ ਲੀਡਰ ਵੀ ਉੱਥੇ ਜਾਂਦੇ। ਕਿਸਾਨ ਅੰਦੋਲਨ ਦਾ ਜਿੰਨੀ ਦੇਰ ਤੱਕ ਕੋਈ ਪਾਸਾ ਨਹੀਂ ਹੁੰਦਾ, ਉਨੀ ਦੇਰ ਤੱਕ ਕੋਈ ਵੀ ਕਮਿਊਨਿਸਟ ਪਾਰਟੀ ਕਿਸੇ ਨਾਲ ਸਮਝੌਤਾ ਕਰਨ ਦੇ ਸਮਰੱਥੀ ਹੈ ਜੀ। ਕਿਉਂਕਿ ਜੇ ਇਹਨਾਂ ਨੇ ਸਮਝੌਤਾ ਕਰ ਲਿਆ ਤਾਂ ਫਿਰ ਉਹੀ ਹਾਲ ਜਿਹੜਾ BJP ਵਾਲਿਆਂ ਦਾ ਹੁੰਦਾ ਇਹਨਾਂ ਦਾ ਹੋ ਜੂ। ਉਹਨਾਂ ਨੇ ਉਦੋਂ ਹੀ ਪੁੱਛ ਲੈਣਾ ਵੀ ਹਾਂ ਭਾਈ ਤੁਸੀਂ ਤਾਂ ਸਮਝੌਤੇ ਕਰਦੇ ਫਿਰਦੇ, ਸਾਡੇ ਆ ਕੇ ਬੋਲੋਗੇ ਕਿਵੇਂ?
ਜਿਵੇਂ ਹੁਣ ਮੰਨ ਲਓ ਹਰਦੇਵ ਅਰਸ਼ੀ ਜਾਂਦਾ ਜਾਂ ਕਿ ਹਰਦੇਵ ਅਰਸ਼ੀ ਕਿਸਾਨ ਸਭਾ ਦਾ ਵੀ ਲੀਡਰ ਹੈ ਜੀ, ਉਹ ਕਿਸਾਨ ਸਭਾ ਦੇ ਲੀਡਰ ਦੇ ਉੱਤੇ ਬੋਲਦਾ ਹੈ, ਤੇ ਜਦੋਂ ਉਹਨਾਂ ਨੇ ਸਮਝੌਤਾ ਕਰ ਲਿਆ ਇਸ ਗੱਲ ਦੇ ਉੱਤੇ ਤੇ ਫਿਰ ਉਹਨਾਂ ਨੇ ਕਹਿਣਾ ਜੀ ਆਓ ਤੁਹਾਨੂੰ ਬੋਲਣਾ ਸੀ ਕਿ ਬੰਦ ਕਿਵੇਂ ਦੇਵਾਂਗੇ, ਕਿਵੇਂ ਦੇਵਾਂਗੇ, ਬੰਦ ਹੋ ਜੂ। ਇਹ ਕਈ ਪਾਰਟੀਆਂ ਇਸ ਕਿਸਮ ਦੀਆਂ ਹੈਗੀਆਂ ਜਿਨ੍ਹਾਂ ਦੇ ਕਿਸਾਨ ਵਿੰਗ ਵੀ ਕੰਮ ਕਰਦੇ। ਈਵਨ ਜਿਹੜਾ ਹੈਗਾ ਤੁਹਾਡੇ ਯਾਦ ਹੋਣਾ ਵੀ ਕਿਸਾਨ ਵਿੰਗ ਜਿਹੜੇ ਅਕਾਲੀ ਦਲ ਦਾ ਵੀ ਹੈ, ਕਿਸਾਨ ਵਿੰਗ ਮਾਨ ਦਲ ਦਾ ਵੀ ਸਾਰਿਆਂ ਦੇ ਸਾਰੇ ਕਿਸਾਨ ਵਿੰਗ ਵਾਲੇ ਉਹਨਾਂ ਦੀ ਪ੍ਰੋਬਲਮ ਹੋ ਜਾਣੀ ਹੈ ਕਿਉਂਕਿ ਉਹ ਧਿਆਨ ਨਹੀਂ ਦੇ ਸਕਦੇ। ਮੋਰ ਓਵਰ ਮੇਰਾ ਜਿਹੜਾ ਕਮਿਊਨਿਸਟ ਪਾਰਟੀਆਂ ਦੀ ਸਥਿਤੀ ਹੈ, ਕਮਿਊਨਿਸਟ ਪਾਰਟੀਆਂ ਦੀ ਇਸ ਵੇਲੇ ਦੀ ਸਥਿਤੀ ਕੀ ਹੈ ਜੀ, ਸਭ ਤੋਂ ਵੱਡਾ ਅੜਿੱਕਾ ਜਿਹੜਾ ਹੈਗਾ ਜਿਹੜਾ ਕਮਿਊਨਿਸਟ ਪਾਰਟੀਆਂ ਦੇ ਵਿੱਚ ਜੇ ਆਪਾਂ ਪੁਰਾਣੀ ਗੱਲ ਕਰ ਲਈਏ ਤਾਂ ਕਮਿਊਨਿਸਟ ਪਾਰਟੀ ਟੁੱਟੀ ਕਾਂਗਰਸ ਨੂੰ ਅਪਰੋਚ ਲੈ ਕੇ ਸੀ। ਕਾਂਗਰਸ ਪ੍ਰਤੀ ਅਪਰੋਚ ਕੀ ਹੈ 1964 ਦੇ ਵਿੱਚ ਜਦੋਂ ਟੁੱਟ ਕੇ ਦੋ ਟੁਕੜੇ ਬਣ ਗਏ ਸੀ CPI ਤੇ CPM ਜਿਹੜੀ ਹੈ ਐਂਟੀ ਕਾਂਗਰਸ ਸਮਝੀ ਜਾਂਦੀ ਸੀ। ਲੇਕਿਨ ਜਦੋਂ 2002 ਦੇ ਵਿੱਚ ਸਰਕਾਰ ਬਣਦੀ ਹੈ ਮਨਮੋਹਨ ਸਿੰਘ ਦੀ, ਉਹ ਸਰਕਾਰ ਬਣਾਉਣ ਦੇ ਵਿੱਚ ਸਭ ਤੋਂ ਮਹੱਤਵਪੂਰਨ ਰੋਲ ਜਿਸ ਬੰਦੇ ਨੇ ਅਦਾ ਕੀਤਾ ਉਹ CPM ਦਾ ਲੀਡਰ ਸੀ, ਪੋਲਿਟ ਬਿਊਰੋ ਦਾ ਮੈਂਬਰ ਹਰਕ੍ਰਿਸ਼ਨ ਸਿੰਘ ਸੁਰਜੀਤ, ਉਹ ਉਦੋਂ ਜਨਰਲ ਸੈਕਟਰੀ ਹੁੰਦਾ ਸੀ, ਉਹਨੇ ਕੀਤੀ ਸੀ। ਔਰ ਉਹ ਤੋਂ ਬਾਅਦ ਸੁਰਜੀਤ ਸਾਹਿਬ ਜਦੋਂ ਨਹੀਂ ਰਹੇ ਇਸ ਦੁਨੀਆ ਦੇ ਵਿੱਚ, ਫਿਰ ਇੱਕ ਲੀਡਰਸ਼ਿਪ ਨਵੀਂ ਆਈ, ਉਸ ਨਵੀਂ ਲੀਡਰਸ਼ਿਪ ਨੇ ਆ ਕੇ ਉਹ ਗੱਲ ਤੋੜਤੀ ਜੀ, ਜਦੋਂ ਜਿਹੜਾ ਹੈਗਾ ਸਿਵਲ ਪਰਮਾਣੂ ਸਮਝੌਤੇ ਦੇ ਮਾਮਲੇ ਦੇ ਉੱਤੇ ਹਮਾਇਤ ਵਾਪਸ ਲੈ ਲਈ ਸੀ। ਫਿਰ ਉਹ ਤੋਂ ਤੁਸੀਂ ਦੇਖਿਆ ਹੋਣਾ ਬੰਗਾਲ ਦੇ ਵਿੱਚ ਕੀ ਹਾਲ ਹੈ। ਐਤਕੀ ਬੰਗਾਲ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਬੰਗਾਲ ਦੇ ਵਿੱਚ ਜਿਹੜੇ ਇੱਕ ਦੂਜੇ ਦੇ ਵਿਰੋਧੀ ਹੁੰਦੇ ਸੀ ਕਾਮਰੇਡ ਤੇ ਕਾਂਗਰਸ, ਐਤਕੀ ਇਹਨਾਂ ਨੇ ਇਕੱਠਿਆਂ ਨੇ ਮਿਲ ਕੇ ਚੋਣਾਂ ਲੜੀਆਂ, ਹਾਲਾਂਕਿ ਇਹਨਾਂ ਦੇ ਪੱਲੇ ਕੱਖ ਨਹੀਂ ਪਿਆ। ਹਾਂ, ਹੁਣ ਨੈਸ਼ਨਲ ਲੈਵਲ ਤੇ ਜਿਹੜੇ ਹਾਲਾਤ ਬਣਦੇ ਜਾ ਰਹੇ ਨੇ, ਨੈਸ਼ਨਲ ਲੈਵਲ ਦੇ ਹਾਲਾਤ ਇਹ ਬਣਦੇ ਜਾ ਰਹੇ ਹੈ ਕਿ ਮੋਦੀ ਸ਼ਾਹੀ ਦਾ ਜੀ ਵਿਰੋਧ ਕਰਨ ਵਾਸਤੇ ਇੱਕ ਨੈਸ਼ਨਲ ਲੈਵਲ ਦਾ ਫਰੰਟ ਬਣੇ ਔਰ ਉਸ ਫਰੰਟ ਦੀ ਅਗਵਾਈ ਕੌਣ ਕਰੇ ਜੀ। ਇਹ ਠੀਕ ਹੈ ਕਿ ਰਾਹੁਲ ਗਾਂਧੀ ਦੇ ਵਿੱਚ ਉਸ ਜਿਹੜੀ ਸਮਰੱਥਾ ਨਹੀਂ ਹੈਗੀ ਜਿਹੜੀ ਆਪਣੀ ਮਮਤਾ ਬੈਨਰਜੀ ਪਰ ਮਮਤਾ ਬੈਨਰਜੀ ਦੇ ਨਾਲ ਕਾਮਰੇਡਾਂ ਦਾ ਜਿਹੜਾ ਸੁਭਾਅ ਨਹੀਂ ਮਿਲ ਸਕਦਾ, ਉਹ ਨਹੀਂ ਮਿਲ ਸਕਦਾ, ਉਹਨਾਂ ਦਾ ਕਰੂਰਾ ਨਹੀਂ ਮਿਲ ਸਕਦਾ। ਉਹ ਉੱਥੇ ਜਿਹੜਾ ਉਹਨਾਂ ਦਾ ਇੱਕ ਦੂਜੇ ਦਾ ਵਿਰੋਧ ਚੱਲਦਾ ਹੈ। ਅੱਜ ਵੀ ਜੇ ਆਪਾਂ ਵੱਡੀ ਪਾਰਟੀ ਦੇਖੀ ਤਾਂ ਕਾਂਗਰਸ ਪਾਰਟੀ ਸਭ ਤੋਂ ਵੱਡੀ ਹੈ ਜੀ। ਅਲਟੀਮੇਟਲੀ ਤੁਰਾ ਤਾਂ ਫਿਰ ਕਾਂਗਰਸ ਪਾਰਟੀ ਨੇ ਬਣਨਾ। ਉਹਨਾਂ ਦੀ ਜਿਹੜੀ ਨੈਸ਼ਨਲ ਲੈਵਲ ਦੇ ਉੱਤੇ CPI ਤੇ CPM ਹੈ ਜਿਹੜੀ ਉਹ ਕਾਂਗਰਸ ਦੇ ਨੇੜੇ ਹੈ। ਸੋ ਇੱਥੇ ਜਿਹੜੀ ਉਹਨੇ ਕਹੀ ਗਿਆ ਸਮਝੌਤਾ ਹੋ ਗਿਆ, ਇਹ ਸਮਝੌਤਾ ਹੋਣ ਵਾਲੀ ਅਜੇ ਕੋਈ ਗੱਲ ਨਹੀਂ। ਮੇਰੇ ਖਿਆਲ ਮੁਤਾਬਕ ਸਮਝੌਤਾ ਜਿਹੜਾ ਸਤੰਬਰ ਅਕਤੂਬਰ ਤੱਕ ਜਾਊਗਾ, ਉਦੋਂ ਤੱਕ ਗੱਲਬਾਤ ਜਾਊਗੀ, ਉਦੋਂ ਜਾ ਕੇ ਫੈਸਲਾ ਹੋਣਾ ਕਿ ਉਦੋਂ ਕਿਸ ਰਾਜੇ ਦੀ ਪਰਚਾ ਹੋਣੀ। ਔਰ ਇਹਦੇ 'ਚ ਮੈਂ ਇਹ ਵੀ ਦੱਸ ਦੇਵਾਂ ਕਿ ਅਤੀਤ ਦੇ ਵਿੱਚ CPI ਦਾ ਸਮਝੌਤਾ ਕਾਂਗਰਸ ਨਾਲ ਵੀ ਹੁੰਦਾ ਰਹੇ। ਇੱਕ ਵਾਰੀ 1980 'ਚ ਅਕਾਲੀ ਦਲ ਨਾਲ ਵੀ ਹੋ ਗਿਆ ਸੀ ਜੀ। ਅਕਾਲੀ ਦਲ ਨਾਲ ਜੋ CPI ਦਾ ਸਮਝੌਤਾ ਹੋਇਆ ਉਦੋਂ ਮਾਰਕਸੀ ਪਾਰਟੀ ਦੇ ਪ੍ਰਭਾਵ ਥੱਲੇ ਹੋਇਆ ਸੀ ਜੀ 1980 ਦੇ ਵਿੱਚ। ਨਹੀਂ ਤਾਂ ਪਹਿਲਾਂ ਮਤਲਬ 72 ਤੋਂ ਲੈ ਕੇ 72 ਤੱਕ ਦੀ ਦਾ ਮੈਨੂੰ ਪਤਾ ਹੈ। 72 ਦੇ ਵਿੱਚ ਇਹ ਇਹਨਾਂ ਦੀ ਇਕੱਠੇ ਮਿਲ ਕੇ ਚੋਣਾਂ ਲੜਦੇ ਹੁੰਦੇ ਸੀ ਜੀ। ਔਰ ਉਦੋਂ CPI ਦੇ 20 MLA ਆਉਂਦੇ ਹੁੰਦੇ ਸੀ। ਸੋ ਅਜੇ ਤੱਕ ਨਹੀਂ ਆਪਾਂ ਇਹ ਕਹਿ ਸਕਦੇ ਕਿ ਸਮਝੌਤਾ ਹੋ ਜਾਣਾ। ਖੈਰ ਜੇ ਕੁੱਲ ਮਿਲਾ ਕੇ ਆਪਾਂ ਇਹ ਗੱਲ ਕਰੀਏ ਤਾਂ ਰਾਹੁਲ ਗਾਂਧੀ ਦੇ ਹੁਣ ਇਹ ਵੀ ਹੈ ਦਿਮਾਗ ਦੇ ਵਿੱਚ ਵੀ ਇਹਦਾ ਹੁਣ ਕਰੀਏ ਤਾਂ ਕਰੀਏ ਕੀ। ਇਸ ਕਰਕੇ ਰਾਹੁਲ ਗਾਂਧੀ ਨੇ ਕਮਾਂਡ ਨੂੰ ਆਪਦੇ ਹੱਥ ਲੈ ਲਈ। 3 ਮੈਂਬਰੀ ਕਮੇਟੀ ਦੇ ਨਾਲ ਐਤਵਾਰ ਨੂੰ ਉਹਨੇ ਲੰਬੀ ਮੁਲਾਕਾਤ ਕੀਤੀ ਜੀ। ਐਤਵਾਰ ਕੇ ਸ਼ਨੀਵਾਰ ਨੂੰ 2 ਘੰਟਿਆਂ ਦੀ ਗੱਲਬਾਤ ਕੀਤੀ ਹੈ। 2 ਘੰਟਿਆਂ ਦੀ ਗੱਲਬਾਤ ਕਰਨ ਤੋਂ ਬਾਅਦ ਆ ਗਏ। ਹੁਣ ਸਵਾਲ ਇਹ ਹੈ ਕਿ ਜਾਖੜ ਸਾਹਿਬ ਨੇ ਪਹਿਲਾਂ ਹੀ ਕਹਿਤਾ ਸੀ ਕਿ ਜੇ ਮੈਨੂੰ ਤੋੜਨ ਦੇ ਨਾਲ ਕਾਂਗਰਸ ਪਾਰਟੀ ਮਜ਼ਬੂਤ ਹੁੰਦੀ ਹੈ ਤਾਂ ਮੈਨੂੰ ਤਾਂ ਭਾਈ ਕੱਲ੍ਹ ਦੀ ਬਜਾਏ ਅੱਜ ਹੀ ਤੋੜ ਦੇਵੇ। ਉੱਥੇ ਕਹਿੰਦਾ ਮੈਂ ਤਾਂ ਜਾਣ ਨੂੰ ਤਿਆਰ ਹਾਂ, ਮੈਂ ਕਾਂਗਰਸ ਪਾਰਟੀ ਦਾ ਲੋਇਲ ਹਾਂ। ਅਗਲੇ ਗੱਲ ਹੈ ਕਿ ਜਿਹੜੀ ਰਿਪੋਰਟ ਦਿੱਤੀ ਹੈ, ਜਿਹੜੀਆਂ ਅਖਬਾਰਾਂ 'ਚ ਖਬਰਾਂ ਆ ਰਹੀਆਂ, ਕਹਿੰਦੇ ਵੀ ਉਹਨਾਂ ਨੇ ਕਿਹਾ ਜੀ ਨਵਜੋਤ ਸਿੱਧੂ ਨੂੰ ਐਡਜਸਟ ਜ਼ਰੂਰ ਕਰੋ। ਨਵਜੋਤ ਸਿੱਧੂ ਦੀ ਨਾਲ ਉਹਨੇ ਦੱਸਦੀ ਕਿ ਨਵਜੋਤ ਸਿੱਧੂ ਕਹਿੰਦਾ ਮੈਂ ਕੈਪਟਨ ਦੇ ਮਤਹਿਤ ਤਾਂ ਕੰਮ ਹੀ ਨਹੀਂ ਕਰਨਾ। ਇਹਦਾ ਮਤਲਬ ਮੰਤਰੀ ਮੰਡਲ 'ਚ ਉਹਦਾ ਆਉਣਾ ਤੈਅ ਨਹੀਂ ਹੈਗਾ। ਉਹਦੀ ਨਿਗਾਹ ਹੈਗੀ ਕਿ ਮੈਨੂੰ ਬਣਾ ਦਿਓ ਸਟੇਟ ਦਾ ਪ੍ਰੈਜ਼ੀਡੈਂਟ। ਲੇਕਿਨ ਸਟੇਟ ਦਾ ਪ੍ਰੈਜ਼ੀਡੈਂਟ ਉਹਨੂੰ ਪੰਜਾਬ 'ਚ ਮੰਨਣ ਨੂੰ ਕੋਈ ਵੀ ਤਿਆਰ ਨਹੀਂ ਹੈਗਾ। ਚਾਹੇ ਰਾਹੁਲ ਮੰਨ ਲੇ ਤੇ ਚਾਹੇ ਪ੍ਰਿੰਕਾ ਮੰਨ ਲੇ ਤੇ ਚਾਹੇ ਸੋਨੀਆ ਗਾਂਧੀ ਮੰਨ ਲੇ, ਪੰਜਾਬ 'ਚ ਨਹੀਂ ਹੈ। ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਉਹਦਾ ਘੋਰ ਵਿਰੋਧੀ ਹੈ ਵੀ ਨਹੀਂ ਚਾਹੀਦਾ। ਪ੍ਰਤਾਪ ਸਿੰਘ ਬਾਜਵੇ ਦਾ ਪਰਸੋਂ ਆ ਗਿਆ ਵੀ ਜਿਹੜੇ ਉਹ ਵੀ ਲਾਉਣ ਲੱਗ ਪਿਆ ਵੀ ਇਹਨੇ ਇੱਧਰ ਲੱਗੇ ਬੋਰਡ ਵੀ ਪੰਜਾਬ ਦਾ ਇੱਕੋ ਕੈਪਟਨ ਉਹ ਲਵਾਉਣ ਲੱਗਿਆ ਪੰਜਾਬ ਦਾ ਅਗਲਾ ਮੁੱਖ ਮੰਤਰੀ। ਹਾਂ ਚਲੋ ਉਹ ਤਾਂ ਉਹ ਲਾਉਣਾ। ਉਹ ਕਹਿੰਦਾ ਉਹਨੇ ਇਹ ਕਹਿੰਦਾ ਵੀ ਕਹਿੰਦਾ ਜਿਹੜੇ ਪੈਰਾਸ਼ੂਟ ਰਾਹੀਂ ਬੰਦੇ ਆਉਣ ਵਾਲੇ ਇਹਨਾਂ ਨੂੰ ਤੁਸੀਂ ਪ੍ਰਧਾਨ ਕਿਵੇਂ ਕਿੱਧਰ ਗਏ ਟਕਸਾਲੀ ਗੱਲ ਤਾਂ ਸਿਆਣੀ ਹੈ। ਇਹ ਤੁਸੀਂ ਦਾ ਸੁਖਜਿੰਦਰ ਸਿੰਘ ਰੰਧਾਵੇ ਦੇ ਘਰੇ ਜਿਹੜੀ ਮੀਟਿੰਗ ਹੋਈ ਸੀ ਜਿਹਦੇ ਵਿੱਚ ਦਿੱਲੀੋਂ ਪ੍ਰਤਾਪ ਬਾਜਵਾ ਵੀ ਆ ਗਿਆ ਸੀ ਤੇ ਬਿੱਟੂ ਵੀ ਆ ਗਿਆ ਸੀ। ਉੱਥੇ ਆ ਕੇ ਇਹਨਾਂ ਨੇ ਟਕਸਾਲੀ ਦਾ ਨਾਰਾ ਦਿੱਤਾ। ਬਿੱਟੂ ਵੀ ਕਹਿੰਦਾ ਸਾਨੂੰ ਟਕਸਾਲੀ ਕਿੱਧਰ ਗਏ ਜੀ। ਸੋ ਇਹਨਾਂ ਲੀਡਰਾਂ ਨੂੰ ਇਗਨੋਰ ਕਰਕੇ, ਸਾਰਿਆਂ ਨੂੰ ਇਹਨਾਂ ਦੀਆਂ ਰਾਇਆਂ ਨੂੰ ਇਗਨੋਰ ਕਰਕੇ ਜਿਹੜਾ ਹੈਗਾ ਨਵਜੋਤ ਸਿੱਧੂ ਨੂੰ ਪ੍ਰੈਜ਼ੀਡੈਂਟ ਨਹੀਂ ਲਾਇਆ ਜਾ ਸਕਦਾ। ਪ੍ਰੈਜ਼ੀਡੈਂਟ ਤਾਂ ਬਣ ਨਹੀਂ ਸਕਦਾ। ਬਿਲਕੁਲ ਜੇ ਇਹਨੂੰ ਜਾਖੜ ਨੂੰ ਲਾਉਂਦੇ ਤੇ ਜਾਖੜ ਨੂੰ ਲਾ ਕੇ ਫਿਰ ਬਣਾਉਂਦੇ ਕਿਹਨੂੰ ਹੈ। ਉਹਦੇ 'ਚ ਫਿਰ ਗੱਲਾਂ ਆਉਂਦੀਆਂ ਦੋ, ਕਹਿੰਦੇ ਜਾਂ ਤਾਂ ਕੋਈ ਦਲਿਤ ਭਾਈਚਾਰੇ 'ਚੋਂ ਤੇ ਜਾਂ ਹਿੰਦੂ ਚਿਹਰਾ ਕੋਈ ਹੋਰ ਜੀ।
ਅੱਛਾ, ਅਗਲੀ ਗੱਲ ਇਹ ਵੀ ਆ ਗਈ, ਉਹਨਾਂ ਨੇ ਰਿਪੋਰਟ ਦਿੱਤੀ ਕਿ ਜਿਹੜੀ ਤੁਹਾਡੀ ਕੱਲਾ ਪ੍ਰਧਾਨ ਹੀ ਪ੍ਰਧਾਨ ਹੈ ਪੰਜਾਬ 'ਚ ਕਾਂਗਰਸ ਦਾ, ਬਾਕੀ ਤਾਂ ਜਥੇਬੰਦਕ ਢਾਂਚਾ ਬਣਾਇਆ ਹੀ ਨਹੀਂ ਹੈਗਾ। ਜਥੇਬੰਦਕ ਢਾਂਚੇ ਵਾਸਤੇ ਜਦੋਂ ਬਲਾਕ ਪ੍ਰਧਾਨ ਹੀ ਨਹੀਂ ਕੋਈ ਇੱਥੇ ਨਹੀਂ, ਆਸ਼ਾ ਕੁਮਾਰੀ ਜਦੋਂ ਹੁੰਦੀ ਸੀ ਉਸ ਵੇਲੇ ਲਿਸਟਾਂ ਭੇਜੀਆਂ ਇਹਨਾਂ ਨੇ ਕਾਂਗਰਸ ਹਾਈ ਕਮਾਂਡ ਕੋਲੇ ਕਿ ਲਓ ਜੀ ਪ੍ਰਵਾਨਗੀ ਦੇ ਦਿਓ। ਉਹਨੂੰ ਰਾਹੁਲ ਗਾਂਧੀ ਦੇ ਦਫ਼ਤਰ ਨੇ ਜੇ ਪ੍ਰਵਾਨਗੀ ਨਹੀਂ ਦਿੱਤੀ, ਸੋਨੀਆ ਗਾਂਧੀ ਦੇ ਦਫ਼ਤਰ ਨੇ ਪ੍ਰਵਾਨਗੀ ਨਹੀਂ ਦਿੱਤੀ, ਤਾਂ ਦੋਸ਼ੀ ਕੌਣ ਹੈ? ਉਹ ਉੱਪਰ ਹੀ ਹੈ। ਇਕੱਲਾ ਜਾਖੜ ਕੀ ਕਰੂਗਾ? ਜਾਖੜ ਆਪਦੇ ਲੈਵਲ ਤੇ ਤਾਂ ਜਾਖੜ ਕੁਛ ਕਰ ਹੀ ਨਹੀਂ ਸਕਦਾ। ਉਹ ਤਾਂ ਉਹਨਾਂ ਨੇ ਕਰਨਾ ਸੀ, ਤੇ ਉਹ ਹੁਣ ਕਹਿੰਦੇ ਜੀ ਚਲੋ ਜਾਖੜ ਇਸ ਬਹਾਨੇ ਜਾਖੜ ਨੂੰ ਹਟਾ ਦੇਣਗੇ ਤੇ ਲਾਉਣਗੇ। ਫਿਰ ਕਿਹਨੂੰ ਲਾਉਣ ਵਾਲੀ ਗੱਲ ਹੈ, ਨਵਜੋਤ ਸਿੱਧੂ ਲੱਗ ਨਹੀਂ ਸਕਦਾ, 2 ਜੱਟ ਹੋ ਜਾਣਗੇ। ਨਾਲੇ ਕੰਮ ਕੌਣ ਕਰੂਗਾ? ਉਹ ਗਰਾਊਂਡ ਲੈਵਲ ਦਾ, ਤੇ ਉਹਨਾਂ ਦਾ ਘਰੋਂ ਹੀ ਨਿਕਲਦਾ, ਟੈਲੀਫੋਨ ਹੀ ਨਹੀਂ ਚੱਕਦਾ ਕਿਸੇ ਦਾ। ਉਹ ਤਾਂ ਜੇ ਲੋਡ ਪਊਗਾ ਤਾਂ ਟੈਲੀਫੋਨ ਆਪਦੇ ਕੰਮ ਨੂੰ ਚੱਕਦਾ, ਉਹ ਨਹੀਂ ਚੱਕਦਾ। ਸੋ ਇੱਥੇ ਹੈ ਵੀ ਹੁਣ ਇੱਕ ਜਿਨ੍ਹਾਂ ਦੇ ਨਾਮ ਦੇ ਕਹਿੰਦੇ ਕੋਈ ਹਿੰਦੂ ਜੈਂਟਲਮੈਨ ਵੀ ਹੋ ਸਕਦਾ। ਜੇ ਆਪਾਂ ਹਿੰਦੂ ਜੈਂਟਲਮੈਨ ਦੇ ਉੱਤੇ ਨਿਗਾਹ ਮਾਰੀਏ ਤਾਂ ਫਿਰ 2 ਬੰਦੇ ਆਉਂਦੇ ਆ ਮੇਰੀ ਤਾਂ ਨਿਗਾਹ 'ਚ ਜੀ। ਇੱਕ ਤਾਂ ਮੰਤਰੀ ਹੈ ਜੀ PWD ਤੇ ਐਜੂਕੇਸ਼ਨ ਦਾ, ਵਿਜੇ ਇੰਦਰ ਸਿੰਗਲਾ, ਇਹ ਯੂਥ ਕਾਂਗਰਸ ਦਾ ਪ੍ਰੈਜ਼ੀਡੈਂਟ ਰਿਹਾ, ਵਰਕਿੰਗ ਕੈਪੈਸਿਟੀ ਵੀ ਹੈਗੀ। ਹਾਂ, ਇਹ ਉਹਦੇ ਨਾਲ ਰਿਹਾ ਵਾ। ਤੇ ਦੂਜਾ ਯੂਥ ਕਾਂਗਰਸ ਦਾ ਪ੍ਰੈਜ਼ੀਡੈਂਟ ਮਨੀਸ਼ ਤਿਵਾੜੀ ਵੀ ਰਹੇ। ਤੇ ਜੇ ਆਪਾਂ ਦਲਿਤ ਭਾਈਚਾਰੇ ਦੇ ਵਿੱਚੋਂ ਦੇਖੀਏ ਤਾਂ ਜਵਾਂ ਬੇਲਾ ਬੈਠਾ ਵਾ, ਉਹ ਰਾਜਕੁਮਾਰ ਬੇਰਕਾ ਹੈ, ਉਹ ਵੀ ਆਉਂਦਾ। ਹੁਣ ਇਹਨੂੰ ਕਿੱਥੇ ਲਾਉਣ? ਇਹਦੇ ਤੇ ਹੁਣ ਇੱਕੋ ਹੀ ਹੈ, ਇਹਦੇ ਤੇ ਲੱਗਿਆ ਪਿਆ ਵੀ ਇਹਨੂੰ ਬਣਾ ਲਓ, ਕੁਛ ਕਰ ਲਓ, ਕਰਾ ਲਓ, ਕੋਈ ਕੰਪੇਨ ਕੰਪੂਨ ਕਮੇਟੀ, ਕੋਈ ਪਾਸੇ ਆਸੇ ਦਾ ਕੋਈ ਨਵਾਂ ਜਿਹਾ ਬਣਾ ਕੇ ਵੀ ਕਹਿੰਦੇ ਹੁੰਦੇ ਵੀ ਕੰਮ ਲਾਉਣਾ ਫੌਜੀਆਂ ਨੂੰ, ਵੀ ਇਹਨੂੰ ਕੀ ਕੰਮ ਦਿੱਤਾ ਜਾਵੇ। ਹੁਣ ਇਹ ਦੁਬਿਧਾ ਇਹ ਬਣੀ ਵੀ ਹੈ। ਇਹ ਨਵਜੋਤ ਸਿੱਧੂ ਦੇ ਕੰਮ ਦਾ ਨਹੀਂ ਪਤਾ ਲੱਗਦਾ ਵੀ ਇਹਨੂੰ ਕਿੱਥੇ ਲਾਈਏ। ਅੱਛਾ, ਹੁਣ ਜਦੋਂ ਨਵਜੋਤ ਸਿੱਧੂ ਨੂੰ ਕੰਮ ਤੇ ਲਾਤਾ ਜੀ ਤੇ ਫਿਰ ਦੂਜੇ ਨਾਰਾਜ਼ ਹੋਣਗੇ। ਸਭ ਤੋਂ ਵੱਡੀ ਗੱਲ ਤਾਂ ਕਿ ਤਲਵਾਰ ਇੱਕ ਪ੍ਰਗਟ ਸਿੰਘ ਤੇ ਵੀ ਲਟਕੀ ਜਾਂਦੀ ਹੈ, ਕਿਉਂਕਿ ਪ੍ਰਗਟ ਸਿੰਘ ਨੇ ਜਦੋਂ ਕਮੇਟੀ ਵਾਲੇ ਨੇ ਕਹਿੰਦਾ ਤੁਸੀਂ ਆਪਦੀ ਗੱਲ ਕਹਿ ਗਏ, ਅਸੀਂ ਸੋਚਦੇ ਵਿਚਾਰਦੇ ਹਾਂ, ਇਹ ਤੋਂ ਬਾਅਦ ਬੋਲਣਾ ਕੋਈ ਨਹੀਂ। ਉਹ ਪਤਾ ਨਹੀਂ ਕਿਹਦੇ ਚੱਕੇ ਚਕਾਏ ਤੇ ਵਿਚਾਰੇ ਉਹ ਤੋਂ ਪ੍ਰੈਸ ਕਾਨਫਰੰਸ ਕਰਵਾਤੀ ਜੀ। ਹੁਣ ਡਿਸਪਲਿਨ ਦੀ ਉਲੰਘਣਾ ਦਾ ਦੋਸ਼ੀ ਉਹ ਬਣ ਗਿਆ, ਕਹਿੰਦੇ ਕਾਰਵਾਈ ਉਹਦੇ ਤੇ ਵੀ ਹੋਣੀ ਹੈ। ਫਿਰ ਸੁੱਖੀ ਰੰਧਾਵਾ ਤੇ ਜਿੰਨੇ ਵੀ ਦੂਜੇ ਲੋਕ ਸੀਗੇ ਸਾਰੇ ਉਹਨਾਂ ਨੇ ਰੌਲਾ ਪਾ ਲੈਣਾ ਵੀ ਯਾਰ ਜੇ ਇਹਨੂੰ ਕੁਛ ਬਣਾਤਾ ਤਾਂ ਫਿਰ ਅਸੀਂ ਕਾਹਦੀ ਖਾਤਰ ਹੈ। ਇਹ ਟੇਢੀ ਜਿਹੀ ਖੀਰ ਹੈ। ਹੁਣ ਦੇਖੋ ਕੀ ਬਣਦਾ ਹੈ। ਜੀ। ਤੇ ਢਿੱਲੋਂ ਸਾਹਿਬ, ਵਾਕਿਆ ਤੁਹਾਡੇ ਗੱਲ ਤਾਂ ਟੇਢੀ ਖੀਰ ਬਣ ਗਈ, ਤੇ ਉਧਰ ਟੇਢੀ ਖੀਰ ਜਿਹੜਾ ਜੈਪਾਲ ਭੁੱਲਰ ਵਾਲਾ ਮਾਮਲਾ ਵੀ ਹੋ ਗਿਆ ਜੀ। ਬਿਲਕੁਲ, ਉਹ ਜੈਪਾਲ ਭੁੱਲਰ ਦਾ ਦੇਖੋ ਮੁਕਾਬਲਾ ਹੋਇਆ ਉੱਥੇ, ਕਹਿੰਦੇ ਜੀ ਬੰਦਾ ਮੁਕਾਬਲੇ 'ਚ ਮਾਰਿਆ ਗਿਆ। ਲੇਕਿਨ ਜਿਸ ਵੇਲੇ ਉਹਦੀ ਡੈੱਡ ਬੋਡੀ ਲੈਣ ਵਾਸਤੇ ਉਹਦੇ ਫਾਦਰ ਗਏ ਆ ਉੱਥੇ, ਉਹ ਕਹਿੰਦੇ ਵੀ ਉਸ ਵੇਲੇ ਉਹਨਾਂ ਨੇ ਪੈਕ ਕੀਤੀ ਹੋਈ ਸੀ ਬੋਡੀ। ਉਹਨਾਂ ਨੇ ਕਹਿੰਦਾ ਜੀ ਕਿਉਂਕਿ ਬੋਡੀ ਖਰਾਬ ਨਾ ਹੋ ਜੇ, ਕੈਮੀਕਲ ਵਗੈਰਾ ਲਾ ਦਿੱਤਾ ਤੇ ਇਹਨੂੰ ਖੋਲ੍ਹਣਾ ਨਹੀਂ। ਦਿਖਾਉਂਦਾ ਵੀ ਕੌਣ ਹੈ, ਜਦੋਂ ਦੂਜੀ ਸਟੇਟ ਤੋਂ ਪੁਲਿਸ ਉਹਨਾਂ ਨੇ ਆਪਦੀ ਬੋਡੀ ਲੈਣੀ ਸੀਗੀ। ਉਹ ਬੋਡੀ ਬਾਈ ਏਅਰ ਲੈ ਕੇ ਚੰਡੀਗੜ੍ਹ ਆ ਗਏ। ਚੰਡੀਗੜ੍ਹ ਤੋਂ ਉਹਨਾਂ ਨੇ ਆਪਣੇ ਪਿੰਡ ਲੈ ਆਂਦੇ ਜੀ। ਮੁੰਡਾ ਦੂਜਾ ਜਸਪ੍ਰੀਤ ਵੀ ਨਾਲ ਸੀਗਾ। ਚਲੋ ਜਸਪ੍ਰੀਤ ਦਾ ਸੰਸਕਾਰ ਤਾਂ ਉਹਨਾਂ ਨੇ ਕਰਤਾ, ਕੋਈ ਖੋਲ ਕੇ ਦੇਖਿਆ ਨਹੀਂ। ਇਹ ਜਿਹੜਾ ਆਪਣਾ ਜੈਪਾਲ ਭੁੱਲਰ ਦਾ ਬਾਪ ਹੈ, ਖੁਦ ਪੁਲਿਸ ਦੇ ਵਿੱਚ ਇੰਸਪੈਕਟਰ ਰਿਹਾ ਵਾ ਜੀ। ਉਹਨੂੰ ਸ਼ੱਕ ਪਿਆ ਤੇ ਉਹਨੇ ਜੀ ਉਹ ਬੋਡੀ ਦਾ ਜਦੋਂ ਬਕਸਾ ਖੋਲਿਆ, ਉੱਥੋਂ ਕੱਪੜੇ ਦੇਖੇ ਤੇ ਹੁਣ ਉਹ ਕਹਿੰਦੇ ਵੀ ਇੱਕ ਤਾਂ ਬਾਂਹ ਟੁੱਟੀ ਹੋਈ ਹੈ। ਅੱਛਾ ਜੀ। ਇੱਕ ਜਿਹੜਾ ਹੈਗਾ ਕਹਿੰਦੇ ਸ਼ਾਇਦ ਹੱਸ ਵੀ ਟੁੱਟਿਆ ਹੋਇਆ ਹੈ। ਉਹਦਾ ਟੁੱਟ ਨਹੀਂ ਸਕਦਾ। ਹਾਂ, ਪਸਲੀਆਂ ਵੀ ਟੁੱਟੀਆਂ ਹੋਈਆਂ। ਇਹਦੇ ਤੋਂ ਕਹਿੰਦੇ ਇਹ ਲੱਗਦਾ ਕਿ ਉਹ ਜਿਹੜਾ ਮੁਕਾਬਲਾ ਕਿਹਾ ਜਾਂਦਾ ਕਿ ਇਹ ਬੰਦੇ ਦੀ ਮੌਤ ਮੁਕਾਬਲੇ 'ਚ ਹੋਈ ਹੈ, ਮੌਤ ਤੋਂ ਪਹਿਲਾਂ ਉਹਨੂੰ ਟੌਰਚਰ ਕੀਤਾ ਗਿਆ। ਉੱਥੇ ਉਹਨਾਂ ਨੇ ਭਾਵੇਂ ਪੋਸਟਮਾਰਟਮ ਗੱਲ 'ਚ ਕਰਵਾ ਲਿਆ, ਉਹ ਕਹਿੰਦੇ ਜੀ ਨਾ ਪੋਸਟਮਾਰਟਮ ਅਧੂਰਾ ਹੈ, ਅਸੀਂ ਇਹਨੂੰ ਪੋਸਟਮਾਰਟਮ ਨਹੀਂ ਦਿੰਦੇ। ਇਹ ਪੋਸਟਮਾਰਟਮ ਇੱਥੇ ਕੀਤਾ ਜਾਵੇ ਔਰ ਇਸ ਪੋਸਟਮਾਰਟਮ ਦੀ ਬਕਾਇਦਾ ਵੀਡੀਓਗ੍ਰਾਫੀ ਕੀਤੀ ਜਾਵੇ ਜੀ। ਕੈਮਰੇ ਦੇ ਅੰਡਰ ਕੈਮਰਾ ਹਿਪ ਜਿਹੜੀ ਹੈਗੀ ਹੈ ਹੋਣੀ ਚਾਹੀਦੀ ਹੈ, ਪੋਸਟਮਾਰਟਮ ਦੀ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਨੇ ਆਪਣੀ ਇੱਕ ਲਿਖਤੀ ਜਿਹੜੀ ਹੈਗੀ ਹੈ ਰਿਪਰੈਜ਼ੈਂਟੇਸ਼ਨ ਉਹ ਐਸਟੀਐਮ ਨੂੰ ਭੇਜਤੀ ਸੀ ਜੀ। ਐਸਟੀਐਮ ਨੇ ਕਿਹਾ ਕਿ ਕਾਨੂੰਨਦਾਨਾਂ ਦੀ ਰਾਏ ਲੈਣੇ ਆ, ਕਾਨੂੰਨ ਦੇ ਮੁਤਾਬਕ ਜੋ ਪ੍ਰੋਸੀਜਰ ਹੋਇਆ ਸੀ ਉਹੀ ਕਰਾਂਗੇ। ਜੋ ਜਿਸ ਕਿਸਮ ਦੀਆਂ ਪ੍ਰਸਥਿਤੀਆਂ ਹੋਈਆਂ ਉਹਦੇ ਮੁਤਾਬਕ ਅਸੀਂ ਕਰਾਂਗੇ, ਕਾਨੂੰਨ ਤੋਂ ਬਾਹਰ ਨਹੀਂ ਆਉਂਦੇ। ਉਹਨਾਂ ਨੇ ਕਿਹਾ ਜੀ ਅਸੀਂ ਸੰਸਕਾਰ ਨਹੀਂ ਕਰਦੇ। ਜੈਪਾਲ ਭੁੱਲਰ ਦਾ ਭਰਾ ਆਪਣੇ ਬਠਿੰਡਾ ਜੇਲ੍ਹ ਦੇ ਵਿੱਚ ਹੈ, ਇਹਨੂੰ ਵੀ ਕੱਲ ਲੈ ਗਈ ਸੀ ਫੋਰਸ ਇੱਥੋਂ। ਅੱਛਾ, ਹਾਂ, ਸ਼ਮਸ਼ਾਨ ਘਾਟ 'ਚ ਲੈ ਗਏ ਸੀ, ਉੱਥੇ ਖੜਾ ਰਿਹਾ। ਜਦੋਂ 1:30 ਵਜੇ ਤੱਕ ਉਹਨਾਂ ਨੇ ਦੇਖਿਆ ਵੀ ਨਹੀਂ ਆਏ ਤੇ ਉਹਨੂੰ ਫਿਰ ਵਾਪਸ ਮੋੜ ਲੈਂਦੇ। ਹੁਣ ਉਹਨਾਂ ਨੇ ਰੋਕਿਆ ਹੋਇਆ, ਕਹਿੰਦੇ ਜੀ ਸੰਸਕਾਰ ਨਹੀਂ ਅਸੀਂ ਉਨੀ ਦੇਰ ਕਰਦੇ ਜਿੰਨੀ ਦੇਰ ਦੁਬਾਰਾ ਉਹਦਾ ਪੋਸਟਮਾਰਟਮ ਨਹੀਂ ਹੁੰਦਾ। ਪੰਜਾਬ 'ਚ ਪੋਸਟਮਾਰਟਮ ਹੋਣੇ ਔਰ ਇਸ ਪੋਸਟਮਾਰਟਮ ਵਾਸਤੇ ਫਿਰ ਉਹਨੇ ਨਾਲੇ ਵੀ ਗੱਲ ਕੀਤੀ, ਪਤਾ ਸ਼ਾਇਦ ਗਏ ਹੋਣ। ਮੈਂ ਤਾਂ ਕੱਲ੍ਹ ਹੀ ਸੁਣਿਆ ਸੀ ਕਿ ਉਹ ਹਾਈ ਕੋਰਟ ਵੀ ਪਹੁੰਚ ਕਰ ਰਹੇ। ਪੰਜਾਬ ਸਰਕਾਰ ਕੀ ਕਹਿੰਦੀ ਹੈ ਜੀ ਇਸ ਮਾਮਲੇ? ਪੰਜਾਬ ਸਰਕਾਰ ਤਾਂ ਐਸਟੀਐਮ ਹੈ ਨਾ, ਪੰਜਾਬ ਸਰਕਾਰ ਨੂੰ ਤਾਂ ਉਹਨੇ ਐਸਟੀਐਮ ਨੂੰ ਦਿੱਤੀ ਆਪਦੀ ਕੱਲੀ ਐਪਲੀਕੇਸ਼ਨ ਜੀ। ਐਸਟੀਐਮ ਨੇ ਕਹਿਤਾ ਵੀ ਅਸੀਂ ਜਿਹੜੇ ਕਾਨੂੰਨਦਾਨਾਂ ਦੀ ਰਾਏ ਲੈ ਰਹੇ। ਉਹ ਤਾਂ ਕਿਉਂਕਿ ਕਰਨਾ ਦਾ ਪ੍ਰਸ਼ਾਸਨ ਨੇ ਐਸਡੀਐਮ ਦੇ ਮਤਾਇਤ ਹੀ ਹੁੰਦਾ। ਹਾਂ, ਇਹ ਸਿੱਧੇ ਤੌਰ ਤੇ ਨਹੀਂ ਕੋਈ, ਇਹ ਸਬ ਡਿਵੀਜ਼ਨਲ ਮੈਜਿਸਟ੍ਰੇਟ ਸਿੱਧੇ ਤੌਰ ਤੇ ਪੰਜਾਬ ਸਰਕਾਰ ਕੁਝ ਵੀ ਨਹੀਂ ਕਹਿ ਸਕਦੀ। ਅੰਦਰ ਖਾਤੇ ਭਾਵੇਂ ਜੋ ਮਰਜ਼ੀ ਕਹਿ ਦੇਣ ਜੀ। ਇਹ ਬਿਲਕੁਲ ਢਿੱਲੋਂ ਸਾਹਿਬ, ਵੈਸੇ ਕੁਛ ਇਹ ਵੀ ਚਰਚਾ ਹੋ ਰਹੀ ਹੈ, ਕਹਿੰਦੇ ਜਿਸ ਢੰਗ ਦੇ ਨਾਲ ਕਈ ਚੈਨਲਾਂ ਨੇ, YouTube ਚੈਨਲ ਵਾਲੇ ਗੈਂਗਸਟਰਸ ਨੂੰ ਤੇ ਹੋਰ ਇਹੋ ਜਿਹੀਆਂ ਚੀਜ਼ਾਂ ਨੂੰ ਵਿਊਜ਼ ਲੈਣ ਦੀ ਉਭਾਰਦੇ ਨੇ, ਉਹ ਕਹਿੰਦੇ ਨੌਜਵਾਨਾਂ ਦੇ ਉੱਤੇ ਬੜਾ ਗਹਿਰਾ ਅਸਰ ਪਾ ਰਹੀਆਂ ਜੀ। ਨਹੀਂ, ਪੈਂਦਾ ਹੀ ਪੈਂਦਾ। ਦੇਖੋ, ਤੁਸੀਂ ਕਿਸੇ ਵੀ ਚੀਜ਼ ਨੂੰ ਪ੍ਰਮੋਟ ਕਰੋਗੇ, ਅਸਲ ਦੇ ਵਿੱਚ ਸਾਡਾ ਜਿਹੜਾ ਹੈਗਾ, ਜਿਹੜੇ ਸਾਡੇ ਜਿਨ੍ਹਾਂ ਨੂੰ ਅਸੀਂ ਸਮਾਚਾਰ ਮਾਧਿਅਮ ਕਹਿ ਦਿੰਦੇ ਹਾਂ, ਸੰਚਾਰ ਸਾਧਨ ਕਹਿ ਦਿੰਦੇ ਹਾਂ, ਸਾਡਾ ਸਿਲਸਿਲਾ ਕਿ ਅਸੀਂ ਸਹੀ ਤਰੀਕੇ ਦੇ ਨਾਲ ਲੋਕਾਂ ਨੂੰ, ਮਤਲਬ ਇਕੱਲਾ ਇਹ ਨਹੀਂ ਕਿ ਅਸੀਂ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਜੀ, ਅਸੀਂ ਨਾਲ ਇੱਕ ਆਪਣੀ ਜਿਹੜੀ ਸਮਾਜਿਕ ਜ਼ਿੰਮੇਵਾਰੀ ਵੀ ਨਿਭਾਉਣੀ ਜੀ। ਬਿਲਕੁਲ,
ਕਿ ਸਮਾਜ ਠੀਕ ਦਿਸ਼ਾ 'ਚ ਚੱਲੇ, ਤੇ ਜੇ ਸਮਾਜ ਨੂੰ ਅਸੀਂ ਉਲਟ ਦਿਸ਼ਾ 'ਚ ਲੈ ਕੇ ਜਾਵਾਂਗੇ ਤਾਂ ਉਹਦਾ ਖਮਿਆਜਾ ਭੁਗਤਣਾ ਪੈਣੀ ਹੈ ਜੀ। ਸੋ ਫਿਲਹਾਲ ਇੱਕ ਬ੍ਰੇਕ ਦਾ ਸਮਾਂ, ਤੇ ਬ੍ਰੇਕ ਤੋਂ ਬਾਅਦ ਫਿਰ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ।